ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਅੰਤ ਨ ਪਾਵਤ ਦੇਵ ਸਭੈ ਮੁਨ ਇੰਦਰ ਮਹਾ ਸ਼ਿਵ ਜੋਗ ਕਰੀ। ਹੁਣ ਵੇਦ ਬਿਰੰਚ ਵਿਚਾਰ ਰਹਿਓ ਹਰਿ ਜਾਪ ਨ ਛਾੜਿਓ ਏਕ ਕਰੀ। ਮਥ ਰਾਜਨ ਕੋ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ ਰਾਮਦਾਸ ਗੁਰੂ ਜਗ ਤਾਰਨ ਕੋ। ਗੁਰ ਜੋਤ ਅਰਜਨ ਮਾਹਿ ਤਰੀ। ਜਾਗੇ ਔਰ ਨ ਜਾਹੇ ਮਹਾ ਤਮ ਮੈਂ ਅਵਤਾਰੇ ਉਜਾਗਰ ਆਨ ਕੀਓ। ਤਿਨ ਕੇ ਦੁਖ ਕੋਟਕ ਦੂਰ ਗਏ ਮਥ ਰਾਜੇ ਨੇ ਅੰਮ੍ਰਿਤ ਨਾਮ ਪੀਓ। ਇਹ ਪਦਤ ਤੇ ਮਤ ਚੁਕੈ ਰੇ ਮਨ ਭੇਦ ਵਿਭੇਦ ਨ ਜਾਣ ਬੀਓ। ਕਰ ਤਛ ਹਿਰਦੈ ਗੁਰੂ ਅਰਜਨ ਕੈ ਹਰਿ ਪੂਰਨ ਬ੍ਰਹਮ ਨਿਵਾਸ ਲਿਓ। ਜਬ ਲੋ ਨਹੀਂ ਭਾਗ ਲਿਲਾਰੇ ਉਦੈ ਤਬ ਲੋ ਬ੍ਰਹਮ ਤੇ ਫੇਰ ਤੇ ਬਹੁ ਧਾਇਓ। ਕਰ ਘੋਰ ਸਮੁੰਦਰ ਮੈਂ ਬੂੜਤ ਤੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਰਹਿ ਮਥ ਰਾਜਗ ਤਾਰਨ ਕੋ ਅਵਤਾਰ ਬਣਾਇਓ। ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਤਤ ਵਿਚਾਰ ਰਹਿ ਮਥ ਰਾਜਗ ਤਾਰਨ ਕੋ ਅਵਤਾਰ ਬਣਾਇਓ। ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ। ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ। ਹਮ ਬਾਰਿਕ ਤੁਮਰੇ ਤਾਰੇ। ਤੁਮ ਦਾਤੇ ਠਾਕੁਰ ਪ੍ਰਤਪਾਲਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅੱਜ ਦਾ ਜੋ ਵੀਕਐਂਡ ਹੈ ਇਹ ਬਹੁਤ ਮਹੱਤਵਪੂਰਨ ਇਤਿਹਾਸਕ ਦਿਹਾੜੇ ਆਪਾਂ ਮਨਾ ਰਹੇ ਹਾਂ। ਸਭ ਤੋਂ ਵੱਡਾ ਜੋ ਮਹਾਨ ਪਵਿੱਤਰ ਦਿਹਾੜਾ ਪਿੱਛੇ ਲੰਘਿਆ ਹੈ ਮਹਾਰਾਜ ਪੰਚਮ ਪਾਤਸ਼ਾਹ ਜੀ। ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਪੰਚਮ ਪਾਤਸ਼ਾਹ ਗਰੀਬ ਨਵਾਜ ਜੀ ਦਾ ਅਵਤਾਰ ਪੂਰਬ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਨ 1563 ਈਸਵੀ ਦੇ ਵਿੱਚ 15 ਅਪ੍ਰੈਲ ਵਾਲੇ ਦਿਨ ਮਹਾਰਾਜ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਬੀਬੀ ਭਾਨੀ ਜੀ ਦੀ ਕੁੱਖ ਦੇ ਵਿੱਚੋਂ ਅਵਤਾਰ ਧਾਰਿਆ। ਗੁਰਦੁਆਰਾ ਚੁਬਾਰਾ ਸਾਹਿਬ ਗੋਇੰਦਵਾਲ ਸਾਹਿਬ ਮਹਾਰਾਜ ਦਾ ਜਨਮ ਸਥਾਨ ਹੈ, ਜਿੱਥੇ ਮਹਾਰਾਜ ਦੇ ਨਾਨਾ ਜੀ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ 22 ਸਾਲ ਨਿਵਾਸ ਕੀਤਾ ਹੈ। ਔਰ ਜਿੱਥੋਂ ਪੂਰੀ ਦੁਨੀਆ ਦਾ ਭਲਾ ਕਰਨ ਲਈ ਗੋਇੰਦਵਾਲ ਸਿੱਖੀ ਦਾ ਧੁਰਾ ਬਣਾਇਆ ਹੈ। ਸੱਚੇ ਪਾਤਸ਼ਾਹ ਨੇ 22 ਮੰਡੀਆਂ ਸਥਾਪਿਤ ਕਰਕੇ ਹਿੰਦੁਸਤਾਨ ਦੇ 22 ਸੂਬਿਆਂ ਵਿੱਚ ਸਿੱਖੀ ਦਾ ਪ੍ਰਚਾਰ ਆਰੰਭ ਕੀਤਾ। ਪੁਰਾਣੀ ਮਾਤਰ ਨੂੰ ਭਗਤੀ ਸਿਮਰਨ ਦੇ ਨਾਲ ਲਾਇਆ। ਉੱਥੇ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਦਾ ਉਸੇ ਘਰ ਦੇ ਵਿੱਚ ਜੋ ਸਿੱਖੀ ਦਾ ਧੁਰਾ ਹੈ, ਜੋ ਕੇਂਦਰ ਹੈ ਚੁਬਾਰਾ ਸਾਹਿਬ,
ਉੱਥੇ ਮਹਾਰਾਜ ਨੇ ਅਵਤਾਰ ਧਾਰਨ ਕੀਤਾ। ਲਗਭਗ 17.5 ਪੌਣੇ 18 ਸਾਲ ਦੀ ਉਮਰ ਦੇ ਵਿੱਚ 1 ਸਤੰਬਰ 1581 ਨੂੰ ਮਹਾਰਾਜ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦੀ ਗੱਦੀ ਤੇ ਬਿਰਾਜਮਾਨ ਹੋਏ। ਸਤਿਗੁਰੂ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਤਿੰਨਾਂ ਪੁੱਤਰਾਂ ਦੀ ਪ੍ਰੀਖਿਆ ਲਈ ਸੀ। ਬਾਬਾ ਪ੍ਰਿਥੀ ਚੰਦ ਜੀ ਵੱਡੇ ਸਨ। ਸਤਿਗੁਰੂ ਪਾਤਸ਼ਾਹ ਦੇ ਘਰ ਵਿੱਚ ਸਾਰਾ ਕੁਝ ਉਹ ਸਾਂਭਦੇ ਸਨ, ਮੁਖਤਿਆਰੇ ਆਮ ਸਨ। ਪਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਵਰਗੀ ਭਗਤੀ, ਉਹਨਾਂ ਵਰਗਾ ਬਚਨ ਪਾਲਣਾ, ਉਹਨਾਂ ਵਰਗੇ ਆਗਿਆਕਾਰੀ ਹੋਣਾ ਬਾਬਾ ਪ੍ਰਿਥੀ ਚੰਦ ਦੇ ਹਿੱਸੇ ਨਹੀਂ ਆਇਆ। ਗੁਰੂ ਰਾਮਦਾਸ ਸਾਹਿਬ ਜੀ ਦਾ ਬਚਨ ਨਹੀਂ ਮੰਨ ਸਕੇ। ਇਸ ਕਰਕੇ ਵੱਡੇ ਪੁੱਤਰ ਬਾਬਾ ਪ੍ਰਿਥੀ ਚੰਦ ਗੁਰਤਾ ਗੱਦੀ ਤੋਂ ਵਾਂਝੇ ਰਹਿ ਗਏ। ਦੂਸਰੇ ਸਨ ਬਾਬਾ ਮਹਾਦੇਵ ਜੀ, ਜਿਹੜੇ ਬੈਰਾਗੀ ਤਿਆਗੀ ਉਪਰਾਮ ਬਿਰਤੀ ਵਾਲੇ ਸਨ। ਨਾ ਕਾਮ ਸੇ ਦੋਸਤੀ ਨਾ ਕਾਮ ਸੇ ਵੈਰ, ਕਿਸੇ ਨਾਲ ਵੀ ਕੋਈ ਲਗਾਓ ਅਟੈਚਮੈਂਟ ਰੱਖੀ ਨਹੀਂ। ਇਸ ਕਰਕੇ ਉਹ ਆਪਣੇ ਗੁਰਦੇਵ ਪਿਤਾ ਦਾ ਬਚਨ ਉਹ ਵੀ ਨਹੀਂ ਮੰਨ ਸਕੇ। ਬੈਰਾਗੀ ਤਿਆਗੀ ਤਾਂ ਸਨ ਪਰ ਆਗਿਆਕਾਰੀ ਨਹੀਂ ਬਣ ਸਕੇ। ਗੁਰਸਿੱਖੀ ਬੜੀ ਬਰੀਕ ਹੈ, ਸਿਰ ਚੱਟਣ ਫਿੱਕੀ। ਭਾਈ ਗੁਰਦਾਸ ਜੀ ਨੇ ਕਿਹਾ ਫਿੱਕੀ ਸਿਲਾ ਚੱਟਣ ਵਾਲਾ ਕੰਮ ਹੈ। ਆਪਾ ਭਾਵ ਗਵਾ ਕੇ ਸਿੱਖੀ ਕਮਾਈ ਜਾਂਦੀ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਚਮ ਪਾਤਸ਼ਾਹ ਨੇ ਸਤਿਗੁਰੂ ਰਾਮਦਾਸ ਸਾਹਿਬ ਦਾ ਹੁਕਮ ਮੰਨ ਕੇ ਹੁਕਮ ਮੰਨਿਆ, ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। 24 ਸਾਲ 9 ਮਹੀਨੇ ਮਹਾਰਾਜ ਗੁਰਤਾ ਗੱਦੀ ਤੇ ਰਹੇ ਹਨ। 24 ਸਾਲ 9 ਮਹੀਨਿਆਂ ਦੇ ਵਿੱਚ ਬੜੇ ਬੜੇ ਭਾਰੀ ਵੱਡੇ ਪਰਉਪਕਾਰ ਦੇ ਕਾਰਜ ਕੀਤੇ। ਸਭ ਤੋਂ ਵੱਡੀ ਜ਼ਿੰਮੇਵਾਰੀ ਗੁਰੂ ਰਾਮਦਾਸ ਜੀ ਲਾ ਕੇ ਗਏ ਸਨ। ਪੁੱਤਰ, ਤੁਸੀਂ ਗੁਰੂ ਘਰ ਦੀ ਸਾਰੀ ਮਰਿਆਦਾ ਕਾਇਮ ਰੱਖਣੀ ਹੈ। ਗੁਰੂ ਨਾਨਕ ਦੇਵ ਜੀ ਨੇ ਕਾਰਜ ਵਿੱਚ ਅਵਤਾਰ ਧਾਰ ਕੇ ਜਿਹੜੀ ਕੀਰਤਨ ਦੀ ਦਾਤ ਦਿੱਤੀ ਹੈ, ਇਹਨੂੰ ਸੰਭਾਲਣਾ ਹੈ। ਕੀਰਤਨ ਦੀ ਦਾਤ ਵੰਡਣੀ ਹੈ। ਘਰ ਘਰ ਵਿੱਚ ਗੁਰੂ ਬਾਣੀ ਦਾ ਕੀਰਤਨ ਪਹੁੰਚਾਉਣਾ ਹੈ। ਗੁਰੂ ਕੀ ਬਾਣੀ ਦੀ ਕਥਾ, ਗੁਰੂ ਕੀ ਬਾਣੀ ਦਾ ਪ੍ਰਚਾਰ ਕਰਨਾ ਹੈ। ਇਹਦੇ ਨਾਲ ਨਾਲ ਗੁਰੂ ਨਾਨਕ ਸਾਹਿਬ ਨੇ ਜਿਹੜੀ ਦੂਜੀ ਵੱਡੀ ਦਾਤ ਦਿੱਤੀ ਹੈ, ਉਹ ਹੈ ਲੰਗਰ ਦੀ। ਗੁਰੂ ਦੇ ਲੰਗਰਾਂ ਦੀ ਮਰਿਆਦਾ ਕਾਇਮ ਰੱਖਣੀ ਹੈ। ਸਤਿਗੁਰੂ ਨਾਨਕ ਦੇਵ ਜੀ ਦੇ 20 ਰੁਪਈਆਂ ਦਾ ਚਲਾਇਆ ਹੋਇਆ ਲੰਗਰ ਸਾਰੇ ਵਿਸ਼ਵ ਦੇ ਵਿੱਚ ਵਰਤਾਉਣਾ ਹੈ। ਤੇ ਤੀਸਰਾ ਕੰਮ ਸੀ ਕਿ ਜਿਹੜਾ ਅਸੀਂ ਸਰੋਵਰ ਆਰੰਭ ਕੀਤਾ ਹੈ, ਉਹ ਸਰੋਵਰ ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਦੇ ਹੁਕਮ ਨਾਲ ਹੋਇਆ। ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਤੀਸਰੇ ਪਾਤਸ਼ਾਹ ਦੇ ਚਰਨਾਂ ਵਿੱਚ ਲਾਹੌਰ ਦੀ ਸੰਗਤ ਹਾਜ਼ਰ ਹੋਈ ਸੀ। ਬੇਨਤੀ ਕੀਤੀ, ਮਹਾਰਾਜ ਗੁਰੂ ਨਾਨਕ ਦੇਵ ਜੀ ਲਾਹੌਰ ਸ਼ਹਿਰ ਆਏ ਸਨ। ਕੁਦਰਤ ਵੱਲੋਂ ਹੀ ਐਸਾ ਸੀਨ ਸਾਹਮਣੇ ਆ ਗਿਆ ਕਿ ਮਹਾਰਾਜ ਜਿਹੜੇ ਬਾਜ਼ਾਰ ਥਾਣੀ ਸ਼ਹਿਰ ਵਿੱਚ ਐਂਟਰ ਹੋਏ, ਉੱਥੇ ਗਊਆਂ ਮਾਰੀਆਂ ਜਾ ਰਹੀਆਂ ਸਨ। ਬੜੀ ਚੀਕ ਚਿਹਾੜਾ ਮਚਿਆ ਹੋਇਆ ਸੀ। ਕਸਾਬ ਖਾਨਾ ਕਹਿੰਦੇ ਉਹਨੂੰ, ਕਸਾਈਆਂ ਦਾ ਮੁਹੱਲਾ। ਉਹ ਕਸਾਈਆਂ ਦੇ ਮਹੱਲੇ 'ਚ ਸਤਿਗੁਰੂ ਬੜੇ। ਲਾਹੌਰ ਸ਼ਹਿਰ ਦੀ ਮਾੜੀ ਹਾਲਤ ਵੇਖੀ, ਰਸਨਾ ਤੋਂ ਪਹਿਲਾ ਬੋਲ ਹੀ ਨਿਕਲ ਗਿਆ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਗੁਰੂ ਗ੍ਰੰਥ ਸਾਹਿਬ ਜੀ ਦੇ 1412 ਅੰਗ ਤੇ ਮਹੱਲਾ ਪਹਿਲਾ ਸਿਰਲੇਖ ਇਹ ਸ਼ਲੋਕ ਲਿਖਿਆ ਹੋਇਆ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਇਹ ਸਤਿਗੁਰੂ ਜੀ ਉਦੋਂ ਦਾ ਲੈ ਕੇ ਅੱਜ ਤੱਕ ਸਾਡੇ ਸ਼ਹਿਰ ਦੇ ਵਿੱਚ 24 ਘੰਟਿਆਂ ਵਿੱਚੋਂ 8 ਪਹਿਰਾਂ ਚੋਂ ਸਵਾ ਪਹਿਰ ਇਹੋ ਜਿਹਾ ਆਉਂਦਾ ਵੀ ਘਰ ਘਰ ਭਾਂਡੇ ਖੜਕ ਜਾਂਦੇ। ਪਤੀ ਪਤਨੀ ਲੜਨ ਲੱਗ ਪੈਂਦੇ ਆ, ਭਰਾ ਭਰਾ ਲੜਨ ਲੱਗ ਪੈਂਦੇ ਆ, ਪਿਓ ਪੁੱਤਰ ਲੜਨ ਲੱਗ ਪੈਂਦੇ ਆ, ਮਾਲਕ ਤੇ ਨੌਕਰ ਲੜਨ ਲੱਗ ਪੈਂਦੇ ਆ। ਮਹਾਰਾਜ ਕੋਈ ਗਲੀ ਮੁਹੱਲਾ ਐਸਾ ਨਹੀਂ ਹੁੰਦਾ ਜਿੱਥੇ ਕੁਰਲਾਟ ਨਾ ਮਚਿਆ ਹੋਵੇ, ਸ਼ਹਿਰ ਦੀ ਸ਼ਾਂਤੀ ਨਹੀਂ ਹੁੰਦੀ। ਤੇ ਗੁਰੂ ਸਾਹਿਬ ਜੀ ਦੇ ਬਚਨ, ਕਿਰਪਾ ਕਰੋ ਤੁਸੀਂ ਉਹਨਾਂ ਦੀ ਗੱਦੀ ਦੇ ਉੱਤੇ ਤੀਸਰੇ ਪਾਤਸ਼ਾਹ ਹੋ, ਤੁਸੀਂ ਇਹ ਬਚਨ ਵਾਪਸ ਲੈ ਲਓ। ਇਹ ਜਿਹੜਾ ਬਚਨ ਸਾਡੇ ਸ਼ਹਿਰ ਨੂੰ ਹੋਇਆ ਹੈ, ਪੰਜਾਬ ਦੀ ਰਾਜਧਾਨੀ ਹੈ, ਕੋਈ ਲਾਹੌਰ ਛੋਟਾ ਮੋਟਾ ਪਿੰਡ ਨਹੀਂ, ਸਾਡੇ ਪੰਜਾਬ ਦਾ ਜਿਗਰ ਹੈ, ਦਿਲ ਹੈ। ਤੇ ਇਹਦੇ ਉੱਤੇ ਮਹਾਰਾਜ ਐਡਾ ਕਹਿਰ ਵਰਤ ਜਾਂਦਾ ਹੈ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਤੁਸੀਂ ਮਿਹਰ ਕਰਦੇ ਹੋ, ਰਹਿਮਤ ਕਰਦੇ ਹੋ।
ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਦੀ ਸੰਗਤ ਦੀ ਬੇਨਤੀ ਸੁਣ ਕੇ ਗੰਭੀਰ ਹੋ ਗਏ। ਕਹਿਣ ਲੱਗੇ, ਸਾਧ ਸੰਗਤ ਜੀ, ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਆਪਣੇ ਵੱਲੋਂ ਸੱਚੇ ਹੋ, ਪਰ ਸਾਡੀ ਮਜਬੂਰੀ ਇਹ ਹੈ ਕਿ ਪਰਮੇਸ਼ਰ ਸਰੂਪ ਆਪਣੇ ਗੁਰਦੇਵ ਮਹਾਰਾਜ ਪਹਿਲੇ ਪਾਤਸ਼ਾਹ ਦੇ ਬਚਨ ਅਸੀਂ ਉਲਟਾ ਨਹੀਂ ਸਕਦੇ। ਆਪੋ ਸਤਿਨਾਮ ਸ੍ਰੀ ਵਾਹਿਗੁਰੂ। ਵੱਡਿਆਂ ਗੁਰੂਆਂ ਦੇ ਮਹਾਂਪੁਰਸ਼ਾਂ ਦੇ ਰਸਨਾ ਦੇ ਬੋਲ ਬਦਲਦੇ ਨੇ, ਬੜਾ ਵੱਡਾ ਗੁਨਾਹ ਹੈ। ਇਹ ਗੁਨਾਹ ਅਸੀਂ ਕਰ ਨਹੀਂ ਸਕਦੇ। ਹਾਂ, ਤੁਹਾਡੀ ਬੇਨਤੀ ਮੰਨ ਕੇ ਅਸੀਂ ਪੰਜਾਬ ਦੇ ਵਿੱਚ ਅੰਮ੍ਰਿਤ ਦਾ ਸਰ ਬਣਾ ਦਿਆਂਗੇ, ਸਰੋਵਰ ਬਣਾ ਦਿਆਂਗੇ। ਲਾਹੌਰ ਦੇ ਨੇੜੇ ਵੀ ਹੋਵੇਗਾ। ਲਾਹੌਰ ਦਾ ਜੋ ਹਾਲ ਹੈ, ਜੋ ਲਾਹੌਰ ਦੇ ਵਿੱਚ ਜਲਨ ਹੈ, ਜੋ ਲਾਹੌਰ ਦੇ ਵਿੱਚ ਤਪਸ਼ ਹੈ, ਉਹ ਠੰਡੀ ਹੋ ਜਾਇਆ ਕਰੇਗੀ ਜਦੋਂ ਇੱਥੇ ਸ੍ਰੀ ਅੰਮ੍ਰਿਤਸਰ ਦੇ ਸਰੋਵਰ 'ਚ ਆ ਕੇ ਸੰਗਤਾਂ ਇਸ਼ਨਾਨ ਕਰਿਆ ਕਰਨਗੀਆਂ। ਉਸੇ ਵੇਲੇ ਆਪਣੇ ਸੇਵਕ ਭਾਈ ਜੇਠਾ ਗੁਰੂ ਰਾਮਦਾਸ ਜੀ ਸੇਵਾ ਕਰਿਆ ਕਰਦੇ ਸਨ। ਅਜੇ ਗੁਰੂ ਨਹੀਂ ਸੀ ਬਣੇ। ਉਹਨਾਂ ਨੂੰ ਕਹਿਣ ਲੱਗੇ, ਪੁੱਤਰ ਤੁਸੀਂ ਜਾਓ, ਉਹ ਜਿਹੜੀ ਜਗ੍ਹਾ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਉੱਥੇ ਚਰਨ ਪਾਏ ਹਨ, ਫਿਰ ਗੁਰੂ ਅੰਗਦ ਦੇਵ ਜੀ ਵੀ ਕਰਤਾਰਪੁਰ ਸਾਹਿਬ ਤੋਂ ਆਉਂਦੇ ਜਾਂਦੇ ਉੱਥੇ ਰੁਕੇ ਹਨ, ਤੇ ਉਹੀ ਜਗ੍ਹਾ ਤੇ ਚੱਲ ਕੇ ਮਹਾਰਾਜ ਗੁਰੂ ਅਮਰਦਾਸ ਜੀ ਨੇ ਉਸ ਨਿਸ਼ਾਨੀ ਲਾਤੀ ਕਿ ਇੱਥੇ ਸਰੋਵਰ ਬਣਾਓ। ਗੁਰੂ ਰਾਮਦਾਸ ਜੀ ਨੇ ਸਰੋਵਰ ਸ਼ੁਰੂ ਕੀਤਾ। ਗੁਰੂ ਰਾਮਦਾਸ ਜੀ ਕੇਵਲ 7 ਸਾਲ ਹੀ ਗੁਰਤਾ ਗੱਦੀ ਤੇ ਰਹੇ। ਸੰਨ 1574 ਤੋਂ ਲੈ ਕੇ 1581 ਤੱਕ ਦਾ ਟਾਈਮ ਹੈ ਗੁਰੂ ਰਾਮਦਾਸ ਮਹਾਰਾਜ ਦਾ। ਸੋ 7 ਸਾਲਾਂ ਵਿੱਚ ਸਰੋਵਰ ਦਾ ਚੌਥਾ ਹਿੱਸਾ ਹੀ ਖੁਦਾਈ ਹੋਈ ਸੀ। ਜਿਹੜੇ ਪਾਸੇ ਦੁੱਖ ਭੰਜਨੀ ਸਾਹਿਬ ਬੇਰੀ ਹੈ, ਇਸ ਪਾਸੇ ਖੁਦਾਈ, ਬਾਕੀ ਖੁਦਾਈ ਨਹੀਂ ਸੀ ਹੋਈ। ਤੇ ਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਵੀ ਇਹ ਜੋਤੀ ਜੋਤ ਸਮਾ ਕੇ ਸੇਵਾ ਸਰੋਵਰ ਦੀ ਪੂਰੀ ਨਹੀਂ ਹੋਈ। ਤੇ ਗੁਰੂ ਅਰਜਨ ਦੇਵ ਜੀ ਨੂੰ 1581 ਦੀ ਗੱਦੀ ਦੇ ਕੇ ਗੁਰੂ ਰਾਮਦਾਸ ਬਚਨ ਕਰਦੇ, ਪੁੱਤਰ ਹੁਣ ਤੁਹਾਡੇ ਕੋਲ ਜਿਹੜੀਆਂ ਗੁਰੂ ਨਾਨਕ ਦੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੇ, ਗੁਰੂ ਕੀ ਬਾਣੀ ਦਾ ਪ੍ਰਚਾਰ, ਕੀਰਤਨ, ਕਥਾ ਦੁਆਰਾ ਕਰਨਾ, ਨਾਲ ਨਾਲ ਗੁਰੂ ਸਾਹਿਬ ਜੀ ਦੇ ਸਾਡੇ ਬਣਾ ਸ਼ੁਰੂ ਕੀਤੇ ਹੋਏ ਸਰੋਵਰ ਸ੍ਰੀ ਅੰਮ੍ਰਿਤਸਰ ਨੂੰ ਪੂਰਨ ਕਰਨਾ, ਤੇ ਨਾਲ ਇਹ ਬਚਨ ਜਿਹੜੇ ਕਹੇ ਸੀ ਇਤਿਹਾਸ ਵਿੱਚ ਦਰਜ ਨੇ, ਪੁੱਤਰ ਉਸ ਸਰੋਵਰ ਨੂੰ ਮਹਿਜ ਇੱਕ ਪਾਣੀ ਦਾ ਤਲਾਅ ਨਾ ਸਮਝਣਾ, ਉਹਨੂੰ ਇੱਕ ਜਲਾਸ਼ਯ ਨਾ ਸਮਝਣਾ, ਉਹਨੂੰ ਕੋਈ ਛੋਟਾ ਮੋਟਾ ਸਰੋਵਰ ਨਾ ਸਮਝਣਾ। ਉਹਨੂੰ ਏਦਾਂ ਸਮਝਣਾ ਵੀ ਜਿਵੇਂ ਆਪਣੇ ਪਿਤਾ ਦੀ ਮੁੱਠੀ ਚਾਪੀ ਕਰੀਦੀ ਹੈ, ਜਿਵੇਂ ਤੁਸੀਂ ਮੈਨੂੰ ਸਮਝਦੇ ਹੋ। ਗੁਰੂ ਰਾਮਦਾਸ ਕਹਿੰਦੇ, ਪੁੱਤਰ ਜਿੰਨਾ ਤੁਸੀਂ ਮੈਨੂੰ ਪਿਆਰ ਕਰਦੇ ਹੋ, ਜਿਵੇਂ ਮੇਰਾ ਸਰੀਰ ਤੁਹਾਨੂੰ ਨਜ਼ਰ ਆਉਂਦਾ ਹੈ, ਏਦਾਂ ਉਹ ਸਰੋਵਰ ਮੇਰਾ ਸਰੀਰ ਹੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਐਵੇਂ ਨਹੀਂ ਲਿਖਿਆ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੇ ਸੋ ਕੁਲ ਤਰਾਵੇ, ਉਧਾਰ ਹੋਆ ਹੈ ਜੀ ਕਾ। ਇਹ ਪੰਜਵੇਂ ਪਾਤਸ਼ਾਹ ਦੀ ਬਾਣੀ ਹੈ। ਜਿੱਥੇ ਸਭੇ ਕਾਮ ਨਹੀਂ ਤੁਰ ਜਿਹਿਆ, ਬਦੋ ਪੁਰਖ ਵਿਧਾਤਾ, ਤਾਂ ਤੂੰ ਸੋਹਿਆ ਵਸਦੀ ਸਰਵ ਅਪਾਰ, ਅਨੂਪ ਰਾਮਦਾਸ ਪੁਰ ਹਰਿ ਹਾਂ, ਨਾਨਕ ਕਸਮਤ ਜਾਏ ਨਹਾਇਆ ਰਾਮਦਾਸ ਸਾ। ਬੜੀ ਮਹਿਮਾ ਇਸ ਸਰੋਵਰ ਦੀ ਲਿਖੀ ਹੈ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਗੁਰਦੇਵ ਪਿਤਾ ਗੁਰੂ ਰਾਮਦਾਸ ਜੀ ਵੱਲੋਂ ਮਿਲੀ ਹੋਈ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ। ਕੇਵਲ 6-7 ਸਾਲਾਂ ਵਿੱਚ 1581 ਗੁਰੂ ਬਣੇ ਤੇ 88 ਤੱਕ ਸਰੋਵਰ ਵੀ ਪੂਰਾ ਹੋ ਗਿਆ ਤੇ ਹਰਿਮੰਦਰ ਸਾਹਿਬ ਵੀ ਬਣਾ ਦਿੱਤਾ। ਆਖੋ ਸ੍ਰੀ ਵਾਹਿਗੁਰੂ। ਉਹਨਾਂ ਦਿਨਾਂ ਦੇ ਵਿੱਚ ਐਡੇ ਵੱਡੇ ਮਹਾਨ ਕਾਰਜ ਕਰਦੇ ਨੇ, ਕੋਈ ਸੌਖਾ ਕੰਮ ਨਹੀਂ ਸੀ। ਅੱਜ ਕੱਲ੍ਹ ਸਾਡੇ ਕੋਲ ਮਸ਼ੀਨਰੀ ਬੜੀ ਹੈ, ਸਾਧਨ ਬੜੇ ਨੇ, ਤੇ ਫਿਰ ਵੀ ਅੱਜ ਲੋਕਾਂ ਨੂੰ ਬਹੁਤ ਸਰੋਵਰ ਪੁੱਟਣ ਨਹੀਂ ਪੁੱਟ ਸਕਦੇ। ਮਹਾਰਾਜ ਗੁਰੂ ਰਾਮਦਾਸ ਸਾਹਿਬ ਦੇ ਸਰੋਵਰ ਵਾਸਤੇ ਕਾਬਲ ਕੰਧਾਰ ਤੋਂ ਸੰਗਤਾਂ ਸੇਵਾ ਕਰਨ ਆਉਂਦੀਆਂ ਰਹੀਆਂ। ਹਿੰਦੁਸਤਾਨ ਦੇ ਕੋਨੇ-ਕੋਨੇ ਤੋਂ, ਦੁਨੀਆ ਦੇ ਕੋਨੇ-ਕੋਨੇ ਤੋਂ ਪ੍ਰੇਮੀ ਸਿੱਖ ਆਉਂਦੇ ਸਨ। ਵੱਡੇ ਵੱਡੇ ਬ੍ਰਹਮ ਗਿਆਨੀ ਇੱਕ ਪਾਸੇ ਸਰੋਵਰ ਦੇ ਬਾਬਾ ਬੁੱਢਾ ਸਾਹਿਬ ਜੀ ਬੈਠ ਕੇ ਸੇਵਾ ਕਰਾਂਦੇ, ਇੱਕ ਪਾਸੇ ਭਾਈ ਬਹਿਲੋ ਬ੍ਰਹਮ ਗਿਆਨੀ ਬਹਿ ਕੇ ਸੇਵਾ ਕਰਾਂਦੇ, ਇੱਕ ਪਾਸੇ ਭਾਈ ਸਾਧੋ ਜੀ ਡਿਉੜੀ ਦੇ ਬਿਲਕੁਲ ਨਾਲ ਉਹਨਾਂ ਦੀ ਬੇਰੀ ਹੈ, ਜਿਹਨੂੰ ਆਪਾਂ ਲਾਚੀ ਬੇਰੀ ਕਹਿੰਦੇ ਹਾਂ,
ਜਿਹਦੇ ਨਾਲ ਬਾਅਦ ਵਿੱਚ ਭਾਈ ਸੁੱਖਾ ਸਿੰਘ, ਭਾਈ ਮਤਾਬ ਸਿੰਘ ਨੇ ਘੋੜੇ ਵੀ ਬੰਨੇ ਸੀ ਮੱਸੇ ਦਾ ਸਿਰ ਵੱਢਣ ਵਾਸਤੇ। ਉਸ ਬੇੜੀ ਥੱਲੇ ਭਾਈ ਸਾਧੂ ਜੀ ਬਹਿੰਦੇ ਤੇ ਇੱਕ ਪਾਸੇ ਭਾਈ ਭਗਤੂ ਬ੍ਰਹਮ ਗਿਆਨੀ ਮਾਲਵੇ ਦੇ ਮਹਾਨ ਸਿੱਖ ਉਹ ਬੈਠਦੇ। ਇਹ ਚਾਰਾਂ ਮਹਾਂਪੁਰਸ਼ਾਂ ਨੇ ਸੇਵਾ ਦੀ ਨਿਗਰਾਨੀ ਕਰਨੀ। ਇੱਕ ਪਾਸੇ ਪੰਜਵੇਂ ਪਾਤਸ਼ਾਹ ਆਪ ਬੈਠਦੇ, ਇੱਕ ਪਾਸੇ ਬਾਬਾ ਬੁੱਢਾ ਜੀ, ਇੱਕ ਪਾਸੇ ਭਾਈ ਸਾਲੋ ਜੀ, ਇੱਕ ਪਾਸੇ ਭਾਈ ਬਹਿਲੋ ਜੀ। ਤੇ ਇਹ ਸਰੋਵਰ ਦੀ ਸੇਵਾ ਹੋਈ। ਵਿੱਚ ਸ੍ਰੀ ਹਰਿਮੰਦਰ ਸਾਹਿਬ ਹਰ ਜਪੇ ਹਰਿਮੰਦਰ ਸਾਜਿਆ, ਸੰਤ ਭਗਤ ਗੁਣ ਗਾਵੇ ਐਲਾਨ। ਇਹਦਾ ਨਕਸ਼ਾ ਵੀ ਅਕਾਲ ਪੁਰਖ ਨੇ ਬਣਾ ਕੇ ਭੇਜਿਆ। ਇਹ ਸਾਰਾ ਕੁਝ ਦਰਗਾਹੀ ਹੈ। ਭਾਈ ਵੀਰ ਸਿੰਘ ਜੀ ਲਿਖਦੇ ਨੇ ਹਰਿਮੰਦਰ ਸਾਹਿਬ ਦੀ ਮਹਿਮਾ, ਹਰਿਮੰਦਰ ਸਾਹਿਬ ਦੀ ਵਡਿਆਈ, ਹਰਿਮੰਦਰ ਸਾਹਿਬ ਦੀ ਸੋਭਾ। ਉਹ ਕਹਿੰਦੇ ਨੇ ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਉਂਦਾ। ਮਣੀ ਵਾਲਾ ਸੱਪ ਬਹੁਤ ਮੁਸ਼ਕਲ ਮਿਲਦਾ ਹੈ। 100 ਸਾਲ ਦਾ ਹੋ ਜਾਵੇ ਜਾਂ ਇਸ ਤੋਂ ਵੱਡੀ ਉਮਰ ਦਾ, ਉਹ ਵੀ ਕੋਈ ਸਾਰੇ ਨਹੀਂ, ਕੋਈ ਖਾਸ ਸੱਪ ਹੁੰਦਾ, ਉਹਦੇ ਸਿਰ 'ਚ ਮਣੀ ਹੁੰਦੀ ਹੈ। ਉਹ ਮਣੀ ਬੜੀ ਸਾਂਭ ਕੇ ਰੱਖਦਾ। ਲੋਕ ਜਿਹੜੇ ਭੇਤੀ ਹੁੰਦੇ ਨੇ, ਜਾਣਕਾਰ ਹੁੰਦੇ ਨੇ, ਮਣੀ ਵਾਲੇ ਸੱਪ ਦੀ ਮਣੀ ਖੋਹਣ ਦੇ ਪਿੱਛੇ ਲੱਗੇ ਰਹਿੰਦੇ ਨੇ ਕਿ ਸਾਨੂੰ ਮਣੀ ਮਿਲ ਜਾਵੇ, ਅਸੀਂ ਕਰੋੜਾਪਤੀ ਬਣ ਜਾਵਾਂਗੇ, ਮਾਲਾ ਮਾਲ ਹੋ ਜਾਵਾਂਗੇ, ਸਾਡੀਆਂ ਇਛਾਵਾਂ ਪੂਰੀਆਂ ਹੋਣਗੀਆਂ। ਸੱਪ ਮਣੀ ਸਾਂਭ ਕੇ ਰੱਖਦਾ। ਜੇ ਕਿਤੇ ਸੱਪ ਦੀ ਮਣੀ ਗੁੰਮ ਜਾਵੇ, ਭਾਈ ਸਾਹਿਬ ਕਹਿੰਦੇ ਫਿਰ ਉਹ ਦਰਖਤਾਂ ਦੇ ਨਾਲ, ਪੱਥਰਾਂ ਦੇ ਨਾਲ ਸਿਰ ਮਾਰ ਮਾਰ ਕੇ ਲਹੂ ਲੁਹਾਨ ਹੋ ਕੇ ਮਰ ਜਾਂਦਾ। ਮਣੀ ਗਵਾਚਿਆ ਸੱਪ ਅੰਨਾ ਹੋ ਜਾਂਦਾ। ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਉਂਦਾ, ਤੇ ਪੁੱਤ ਗਵਾਚਿਆ ਮਾਂ ਜਗ ਨਹੀਂ ਪਾਉਂਦਾ। ਜਿਹੜੀ ਮਾਂ ਦਾ ਪੁੱਤਰ ਮੇਲੇ 'ਚ ਗੁੰਮ ਜਾਵੇ, ਭਾਵੇਂ ਕਿੱਡੀ ਰਾਣੀ ਮਹਾਰਾਣੀ ਹੋਵੇ, ਉਸ ਵੇਲੇ ਨਹੀਂ ਦੇਖਦੀ ਮੇਰੇ ਸਿਰ ਤੇ ਚੁੰਨੀ ਹੈ, ਉਹ ਨਹੀਂ ਦੇਖਦੀ ਮੇਰੇ ਪੈਰਾਂ 'ਚ ਚੱਪਲ ਹੈ, ਝੱਲੀ ਹੋਈ ਆਵਾਜ਼ਾਂ ਮਾਰਦੀ ਲੱਭਦੀ ਪੁੱਤਰ ਪੁੱਤਰ ਕਰਦੀ ਹੈ। ਉਸ ਵੇਲੇ ਉਹਨੂੰ ਆਪਣੀ ਮਾਣ, ਵਡਿਆਈ, ਇੱਜ਼ਤ ਸਭ ਭੁੱਲ ਜਾਂਦੀ ਹੈ। ਉਸ ਵੇਲੇ ਪੁੱਤਰ ਹੀ ਪੁੱਤਰ ਯਾਦ ਆਉਂਦਾ ਹੈ, ਕੇਵਲ ਪੁੱਤਰ ਤੇ ਧਿਆਨ ਹੋ ਜਾਂਦਾ ਹੈ। ਮੇਰੇ ਮਾਂ ਨੂੰ ਪੁੱਤ ਗਵਾਚਿਆ ਮਾਂ ਜਗ ਨਹੀਂ ਪਾਉਂਦਾ। ਦੋ ਮਿਸਾਲਾਂ ਦੇ ਕੇ ਭਾਈ ਸਾਹਿਬ ਕਹਿੰਦੇ ਤੀਜੀ ਗੱਲ ਹੁਣ ਆ ਗਏ ਅਸਲ ਗੱਲ ਦੇ ਉੱਤੇ, ਅਸਲ ਮੁੱਦੇ ਉੱਤੇ। ਕਹਿੰਦੇ ਹਰ ਰਸ ਦੀ ਜਦ ਟੋਟ ਪਵੇ ਫਕੀਰ ਨੂੰ, ਜਦੋਂ ਰੱਬ ਦੇ ਭਗਤਾਂ ਨੂੰ, ਫਕੀਰਾਂ ਨੂੰ, ਸੰਤਾਂ ਨੂੰ, ਪਿਆਰਿਆਂ ਨੂੰ ਨਾਮ ਰਸ ਵਿੱਚ ਥੋੜਾ ਜਿਹਾ ਘਾਟਾ ਲੱਗਣ ਲੱਗ ਜਾਵੇ, ਨਿਤਨੇਮ 'ਚ ਘਾਟਾ ਪੈ ਜਾਵੇ, ਬਾਣੀ ਦਾ ਰਸ ਘਟਣ ਲੱਗ ਜਾਵੇ, ਸਵਾਦ ਘਟਣ ਲੱਗ ਜਾਵੇ, ਰੱਬ ਨਾਲ ਪਿਆਰ ਘਟਣ ਲੱਗ ਜਾਵੇ, ਹਰ ਰਸ ਦੀ ਜਦ ਟੋਟ, ਜਿਵੇਂ ਅਮਲੀ ਨੂੰ ਗੁਰੂ ਗ੍ਰੰਥ ਸਾਹਿਬ 'ਚ ਬੜੀਆਂ ਮਿਸਾਲਾਂ ਬਾਦਸ਼ਾਹ ਨੇ ਦਿੱਤੀਆਂ ਨੇ। ਕਹਿੰਦੇ ਅਮਲੀ ਅਮਲ ਨਾ ਪੜਿਆ ਮੱਛੀ ਵੀਰ ਨਾ ਹੋਏ। ਅਮਲੀ ਨੂੰ ਅਮਲ ਨਾ ਮਿਲੇ ਤੇ ਤੜਫਦਾ ਹੈ, ਤੇ ਮੱਛੀ ਨੂੰ ਪਾਣੀ ਨਾ ਮਿਲੇ ਤੇ ਤੜਫਦੀ ਹੈ। ਕਹਿੰਦੇ ਹਰ ਰਸ ਦੀ ਜਦ ਟੋਟ ਪਵੇ ਫਕੀਰ ਨੂੰ, ਪਰਲੋ ਮਚੇ ਚੁਫੇਰੇ ਉਹ ਘਬਰਾਉਂਦਾ। ਉਹਦੇ ਆਲੇ ਦੁਆਲੇ ਅੱਗ ਲੱਗ ਜਾਂਦੀ ਹੈ, ਉਹ ਪਰਲੋ ਮਚ ਜਾਂਦੀ ਹੈ, ਘਬਰਾ ਜਾਂਦਾ। ਕਹਿੰਦੇ ਫਿਰ ਕੀ ਹੁੰਦਾ? ਟੁੱਟੀ ਡੋਰ ਉਹਦੀ ਲਿਵ ਟੁੱਟ ਜਾਂਦੀ। ਜਦੋਂ ਵਾਹਿਗੁਰੂ ਨਾਲ ਸੁਰਤੀ ਉਖੜ ਜਾਂਦੀ ਹੈ, ਕਹਿੰਦੇ ਟੁੱਟੀ ਡੋਰ ਜੇ ਦੁਆਰੇ ਤੇਰੇ ਆਉਂਦਾ। ਇਹ ਗੁਰੂ ਰਾਮਦਾਸ ਉਦੋਂ ਫਿਰ ਉਹ ਕਹਿੰਦਾ ਚਲੋ ਹਰਿਮੰਦਰ ਸਾਹਿਬ ਚੱਲੀਏ, ਗੁਰੂ ਰਾਮਦਾਸ ਦੇ ਚਰਨਾਂ ਅਰਦਾਸ ਕਰੀਏ। ਟੁੱਟੀ ਡੋਰ ਜੇ ਦੁਆਰੇ ਤੇਰੇ ਆਉਂਦਾ, ਕਹਿੰਦੇ ਉਸ ਵੇਲੇ ਫਿਰ ਕਲਾ ਵਰਤਦੀ ਹੈ, ਕ੍ਰਿਸ਼ਮਾ ਹੁੰਦਾ ਹੈ। ਉਹ ਵੀ ਭਾਈ ਵੀਰ ਸਿੰਘ ਲਿਖਦੇ ਆ। ਕਹਿੰਦੇ ਉਸ ਵੇਲੇ ਕੀ ਗੁਰੂ ਰਾਮਦਾਸ ਕਿਰਪਾ ਕਰਦੇ ਆ? ਕਹਿੰਦੇ ਅਰਸ਼ ਉਤਾਰਿਆ ਆਣ ਰਸੀਆਂ ਬਚਾਉਣ ਦਾ। ਜਿਹੜਾ ਸੱਚਖੰਡ ਅਕਾਲ ਪੁਰਖ ਨਿਰੰਕਾਰ ਦਾ ਜਿੱਥੇ ਵਾਹਿਗੁਰੂ ਦਾ ਵਾਸਾ ਹੈ ਨਾ, ਉਹਦਾ ਨਕਸ਼ਾ ਗੁਰੂ ਰਾਮਦਾਸ ਪਾਤਸ਼ਾਹ ਦਾ ਦਰਬਾਰ ਧਰਤੀ ਤੇ ਗੁਰੂ ਅਰਜਨ ਦੇਵ ਜੀ ਲੈ ਕੇ ਆਏ ਹੈ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਨ ਅਰਜਨ ਦੇਵ ਗੁਰੂ, ਜਪਿਓ ਜਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ ਕਰ ਬਨਾਇਓ, ਸੰਕਟ ਜੋਨ ਕਰ ਬਨਾਇਓ, ਜਿਸ ਨੇ ਆਖਿਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਮੁੜ ਕੇ ਮਾਂ ਦੇ ਪੇਟ 'ਚ ਪੁੱਠਾ ਨਹੀਂ ਲਟਕੇਗਾ, ਜਨਮ ਮਰਨ ਕੱਟਿਆ ਜਾਏਗਾ। ਗਰੰਟੀ ਹੈ ਇਸ ਗੱਲ ਦੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰਹੇ ਨੇ। ਗਰਭ ਜੋਨ 'ਚ ਨਹੀਂ ਆਏਗਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬਾਰੇ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਅਰਜਨ ਸ਼ਬਦ ਦੇ ਅਰਥ ਕੀਤੇ ਨੇ।
ਅਰਜਨ ਦੇ ਕਿੰਨੇ ਅਰਥ ਨੇ? ਕਹਿੰਦੇ ਅਰਜਨ ਸੁਨਤ ਸੋ ਦਾਸਨ ਕੋ ਦਾਨ ਦੇ। ਇੱਕ ਸ਼ਬਦ ਹੈ ਅਰਜ, ਮੇਰੀ ਤੁਹਾਡੇ ਚਰਨਾਂ 'ਚ ਅਰਜ ਹੈ। ਅਰਜ ਮੈਨੇ ਅਰਦਾਸ, ਅਰਜ ਮੈਨੇ ਬੇਨਤੀ, ਮੈਂ ਅਰਜ ਕਰਨੀ ਹੈ ਜੀ। ਉਹ ਕਹਿੰਦੇ ਕਰੋ ਜੀ। ਇਹੀ ਆਪਾਂ ਵਰਤਦੇ ਹਾਂ ਨਾ ਸ਼ਬਦ ਅਰਜ। ਤੇ ਜੇ ਇਹਨੂੰ ਇਹ ਹੋ ਗਿਆ ਇੱਕ ਅਰਜ ਸਿੰਗੂਲਰ, ਇਹਨੂੰ ਕਰਨਾ ਹੋਵੇ ਪਲੂਰਲ, ਬਹੁਵਚਨ ਬਣਾਉਣਾ ਹੋਵੇ, ਅਰਜ ਨੂੰ ਬਹੁ ਅਰਜਾਂ ਆਪਾਂ ਪੰਜਾਬੀ 'ਚ ਅਰਜਾਂ ਕਹਾਂਗੇ, ਪਰ ਬ੍ਰਿਜ ਭਾਸ਼ਾ ਵਿੱਚ ਜਦੋਂ ਵਿਦਵਾਨਾਂ ਦੀ ਬੋਲੀ 'ਚ ਉਹਨੂੰ ਪਲੂਰਲ ਕਰਨਾ ਹੋਵੇ ਤੇ ਨੰਨਾ ਜੋੜ ਦਿੰਦੇ ਨਾਲ ਅਰਜਨ। ਅਰਜਾਂ ਬੇਨਤੀਆਂ, ਇੱਕ ਅਰਜ ਬੇਨਤੀ, ਅਰਜਨ ਬੇਨਤੀਆਂ। ਕਹਿੰਦੇ ਬੇਨਤੀਆਂ ਸੁਣਦੇ ਨੇ। ਅਰਜਨ ਸੁਨਤ, ਗੁਰੂ ਅਰਜਨ ਦੇਵ ਜੀ ਸਾਡੀਆਂ ਬੇਨਤੀਆਂ ਸੁਣਦੇ ਨੇ। ਕਵੀ ਦਾ ਭਾਈ ਸੰਤੋਖ ਸਿੰਘ ਜੀ ਕਿੱਥੇ ਉਡਾਰੀ ਗਈ ਹੈ? ਅਰਜਨ ਸੁਨਤ ਸੋ ਦਾਸਨ ਕੋ ਦਾਨ ਦੇ। ਆਪਣੇ ਸਿੱਖਾਂ ਨੂੰ ਝੋਲੀਆਂ ਭਰ ਦਿੰਦੇ ਨੇ, ਦਾਨ ਦੇ ਦਿੰਦੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਲਿਖ ਰਹੇ ਨੇ, ਕਵੀ ਰਾਜ ਜੀ ਕਹਿੰਦੇ ਅਰਜਨ ਸੁਨਤ ਸੋ ਦਾਸਨ ਕੋ ਦਾਨ ਦੇ ਤੇ ਮੋਹ ਕੇ ਬਿਦਾਰ ਦੇ ਕੋ ਵਾਕ ਸਰ ਅਰਜਨ। ਅਰਜਨ ਦਾ ਦੂਸਰਾ ਅਰਥ ਹੈ ਪਾਂਡਵਾਂ ਦੇ ਵਿੱਚ ਇੱਕ ਭਰਾ ਹੋਇਆ ਦੂਜੇ ਨੰਬਰ ਤੇ, ਮਹਾਬਲੀ ਯੋਧਾ ਸੀ, ਤੀਰ ਅੰਦਾਜ਼ ਉਹਦੇ ਵਰਗਾ ਦੁਨੀਆ ਤੇ ਕੋਈ ਨਹੀਂ ਹੋਇਆ। ਉਹ ਐਸਾ ਤੀਰ ਅੰਦਾਜ਼ ਸੀ ਕਿ ਤੀਰਾਂ ਦੇ ਨਾਲ ਬੜੇ ਬੜੇ ਕ੍ਰਿਸ਼ਮੇ ਕਰ ਦਿੰਦਾ ਸੀ, ਦਰਿਆਵਾਂ ਦੇ ਮੂੰਹ ਮੋੜ ਦਿੰਦਾ ਸੀ। ਉਸ ਨੂੰ ਪਾਰਥ ਵੀ ਕਹਿੰਦੇ ਨੇ, ਗੁੜਾਕਾ ਇਸ ਵੀ ਕਹਿੰਦੇ ਨੇ, ਉਹਦੇ ਬੜੇ ਨਾਮ ਨੇ। ਗੁਰੂ ਗ੍ਰੰਥ ਸਾਹਿਬ ਦਾ ਪਾਰਥ ਨਾਮ ਆਇਆ। ਭੱਟਾਂ ਦੇ ਸਵਈਆਂ ਵਿੱਚ ਆਉਂਦਾ ਹੈ, ਗੁਰੂ ਅਰਜਨ ਪੁਰਖ ਪ੍ਰਮਾਣ ਪਾਰਥੋਂ ਚਾਲੈ ਨਹੀਂ। ਕਹਿੰਦੇ ਅਰਜਨ ਕੋਲ ਬੜਾ ਕਮਾਨ ਤਗੜਾ ਸੀ, ਗਾਂਡੀਵ ਧਨੁਸ਼ ਸੀਗਾ। ਐਸੇ ਤੀਰ ਮਾਰਦਾ ਸੀ, ਦੁਸ਼ਮਣ ਦੇ ਦਰਾਂ ਨੂੰ ਚੀਰ ਕੇ ਰੱਖ ਦਿੰਦਾ ਸੀ। ਉਹਦਾ ਧਨੁਸ਼ ਕਿਸੇ ਕੋਲ ਚੁੱਕਿਆ ਨਹੀਂ ਸੀ ਜਾਂਦਾ। ਉਹਦਾ ਤੀਰ ਕਮਾਨ ਕੋਈ ਚਲਾ ਨਹੀਂ ਸੀ ਸਕਦਾ। ਉਹਨੇ ਮੱਛੀ ਦੇ ਥੱਲੇ ਤੇਲ ਦੇ ਕੜਾਹੇ ਵਿੱਚ ਦੇਖ ਕੇ ਤੇ ਮੱਛੀ ਦੇ ਅੱਖ 'ਚ ਤੀਰ ਮਾਰਿਆ ਸੀ, ਤਾਂ ਉਹਨੇ ਦ੍ਰੋਪਦੀ ਵਿਆਹੀ ਸੀ। ਪਰ ਕਹਿੰਦੇ ਗੁਰੂ ਅਰਜਨ ਦੇਵ ਕੋਲ ਜਿਹੜਾ ਤੀਰ ਕਮਾਨ ਹੈ ਉਹ ਅਰਜਨ ਨਹੀਂ ਚਲਾ ਸਕਦਾ। ਆਪੋ ਸ੍ਰੀ ਇਹ ਗੁਰੂ ਗ੍ਰੰਥ ਸਾਹਿਬ ਦਾ ਵਚਨ ਹੈ। ਗੁਰੂ ਅਰਜਨ ਪੁਰਖ ਪ੍ਰਮਾਣ, ਜਿਨ੍ਹਾਂ ਨੇ ਭੱਟਾਂ ਦੇ ਸਵਈਏ ਪੜ੍ਹੇ ਉਹਨਾਂ ਨੂੰ ਪਤਾ, ਗੁਰੂ ਅਰਜਨ ਪੁਰਖ ਪ੍ਰਮਾਣ। ਗੁਰੂ ਅਰਜਨ ਪੁਰਖ ਦਾ ਤੀਰ ਕਮਾਨ, ਉਹਨਾਂ ਦਾ ਪ੍ਰਮਾਣ, ਉਹਨਾਂ ਦੀ ਤਾਕਤ, ਉਹਨਾਂ ਦੀ ਸ਼ਕਤੀ, ਉਹਨਾਂ ਦਾ ਜਿਹੜਾ ਬਲ ਹੈ। ਕਹਿੰਦੇ ਉਹ ਮੈਂ ਕੀ ਦੱਸਾਂ? ਪਾਰਥੋ ਮੈਨੇ ਉਹ ਅਰਜਨ ਜਿਹੜਾ ਦੁਆਪਰ ਯੁੱਗ ਚਾਲਿਆ ਨਹੀਂ, ਉਹ ਨਹੀਂ ਉਹਦੇ ਕੋਲ ਚੱਲਦਾ ਜਿਹੜਾ ਗੁਰੂ ਅਰਜਨ ਤੀਰ ਕਮਾਨ ਚਲਾ ਸਕਦੇ। ਉਹ ਕਿਹੜਾ ਤੀਰ ਕਮਾਨ ਹੈ? ਸ਼ਬਦ ਦਾ, ਬਾਣੀ ਦਾ। ਕਹਿੰਦੇ ਅਰਜਨ ਦੇ ਤੀਰ ਜਿਹੜੇ ਨੇ ਉਹ ਵੈਰੀਆਂ ਨੂੰ ਮਾਰ ਸਕਦੇ, ਬੜੇ ਬੜੇ ਯੋਧਿਆਂ ਨੂੰ ਮਾਰ ਸਕਦੇ ਆ, ਕਰਨ ਵਰਗਿਆਂ ਨੂੰ ਮਾਰ ਸਕਦੇ ਆ, ਪਰ ਅਰਜਨ ਦੇ ਤੀਰ ਮੋਹ ਨੂੰ ਨਹੀਂ ਮਾਰ ਸਕਦੇ। ਆਖੋ ਸਤਨਾਮ। ਬੰਦੇ ਦਾ ਸਭ ਤੋਂ ਵੱਡਾ ਵੈਰੀ ਮੋਹ ਹੈ ਜੀ। ਆਪਾਂ ਜਿੰਨੇ ਬੈਠੇ ਆ ਥੋੜੀ ਜਿਹੀ ਵਿਚਾਰ ਕਰਕੇ ਦੇਖੀਏ, ਸਾਡਾ ਹੋਰ ਕੋਈ ਦੁਸ਼ਮਣ ਨਹੀਂ ਵੱਡਾ। ਮੋਹ ਸਭ ਤੋਂ ਵੱਡਾ ਵੈਰੀ। ਜਿੰਨਾ ਮੋਹ ਬੰਦੇ ਨੂੰ ਲਵਾਉਂਦਾ ਹੈ ਉਹਨਾਂ ਦੁਨੀਆ ਦੇ ਕੋਈ ਤੰਗ ਨਹੀਂ ਕਰਦਾ। ਮੋਹ ਕਰਕੇ ਬੱਚੇ ਪਿਆਰੇ ਲੱਗਦੇ ਨੇ, ਬੜੇ ਚੰਗੇ ਲੱਗਦੇ ਨੇ, ਮੋਹ ਹੈ। ਪਰ ਜਦੋਂ ਕਹਿਣਾ ਨਹੀਂ ਮੰਨਦੇ ਨਾ, ਜਦੋਂ ਸਾਡੇ ਕਹਿਣੇ ਤੋਂ ਬਾਹਰ ਹੋ ਜਾਂਦੇ ਨੇ, ਉਦੋਂ ਬੰਦਾ ਕਿੰਨਾ ਦੁਖੀ ਹੁੰਦਾ। ਕਹਿੰਦਾ ਸਾਰੀ ਜ਼ਿੰਦਗੀ ਮੈਂ ਲਾਤੀ ਨਾ ਪਿੱਛੇ ਤੇ ਮੈਨੂੰ ਆਹ ਨਤੀਜਾ ਮਿਲਿਆ, ਆਹ ਸਿਰਾ ਮਿਲਿਆ ਮੈਨੂੰ ਮੇਰੀ ਮਿਹਨਤ ਦਾ। ਬੰਦਾ ਉਸ ਵੇਲੇ ਟੁੱਟ ਜਾਂਦਾ ਜਦੋਂ ਮੋਹ। ਫਿਰ ਅਰਜਨ ਦੇ ਕੋਲ ਵੀ ਮੋਹ ਨਹੀਂ ਮਰਿਆ ਜਦੋਂ ਉਹਦਾ ਪੁੱਤਰ ਸ਼ਹੀਦ ਹੋ ਗਿਆ ਜੰਗ ਵਿੱਚ। ਅਭਿਮਨਿਊ ਮਹਾਬਲੀ ਯੋਧਾ ਚੱਕਰਵਿਊਹ ਦੇ ਵਿੱਚ ਘਿਰ ਗਿਆ, ਮਾਰਿਆ ਗਿਆ 17 ਸਾਲਾਂ ਦਾ ਸੂਰਮਾ। ਉਸ ਵੇਲੇ ਸਾਧ ਸੰਗਤ ਜੀ ਅਰਜਨ ਦਾ ਵੀ ਤੀਰ ਅਤਮਾਨ ਤੋਂ ਡਿੱਗ ਪਿਆ। ਕਹਿੰਦਾ ਮਹਾਰਾਜ ਮੇਰੇ ਤੋਂ ਜੰਗ ਨਹੀਂ ਲੜਿਆ ਜਾਂਦਾ, ਮੇਰੇ ਵੱਸ ਦੀ ਗੱਲ ਨਹੀਂ, ਮੇਰੀ ਲੱਕ ਟੁੱਟ ਗਈ ਹੈ, ਮੇਰਾ ਜਵਾਨ ਪੁੱਤਰ ਮਰ ਗਿਆ। ਕਿਸੇ ਜੀ ਨੇ ਬਲ ਦਿੱਤਾ, ਹੌਸਲਾ ਦਿੱਤਾ, ਤਗੜਾ ਕੀਤਾ, ਦਲੇਰੀ ਦਿੱਤੀ, ਚਲੋ ਜੰਗ ਲੜ ਲਿਆ, ਪਰ ਮੋਹ ਫਿਰ ਵੀ ਨਹੀਂ ਜਿੱਤਿਆ ਗਿਆ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਐਸਾ ਤੀਰ ਮਾਰਦੇ ਨੇ ਜਿਹੜਾ ਮੋਹ ਨੂੰ ਮਾਰ ਦਿੰਦੇ। ਗੁਰੂ ਅਰਜਨ ਪੁਰਖ ਪ੍ਰਮਾਣ ਪਾਰਥ ਨੂੰ ਚਾਲਿਆ ਨਹੀਂ, ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ। ਭਾਈ ਸਾਹਿਬ ਲਿਖਦੇ ਨੇ ਮੋਹ ਕੇ ਵਿਦਾਰ ਵੇਖੋ ਵਾਕ ਸਾਰੇ ਅਰਜਨ।
ਗੁਰੂ ਅਰਜਨ ਦੇਵ ਦੇ ਤੀਰ ਜਿਹੜੇ ਨੇ, ਬਚਨਾਂ ਦੇ ਤੀਰ, ਬਾਣੀ ਦੇ ਤੀਰ, ਉਹ ਮੋਹਰ ਮਾਰਦੇ ਨੇ। ਫਿਰ ਕਹਿੰਦੇ ਅਰਜਨ ਜਸ ਸੰਤੋਖ, ਅਰਜਨ ਜਸ ਵਸਤੀਰਨ ਸੰਤੋਖ ਸਿੰਘ। ਅਰਜਨ ਦਾ ਤੀਸਰਾ ਅਰਥ ਹੁੰਦਾ ਹੈ ਵਾਈਟ, ਚਿੱਟਾ, ਦੁੱਧ ਵਰਗਾ ਰੰਗ। ਕਹਿੰਦੇ ਗੁਰੂ ਅਰਜਨ ਦੇਵ ਦਾ ਦੁੱਧ ਵਰਗਾ ਚਿੱਟਾ ਜਸ ਸਾਰੀ ਦੁਨੀਆ ਤੇ ਪਸਰਿਆ ਹੋਇਆ। ਗੁਰੂ ਅਰਜਨ ਦੇਵ ਜੀ ਦਾ ਚਿੱਟਾ ਦੁੱਧ ਵਰਗਾ ਜਸ ਹੈ, ਉਹਨਾਂ ਦੀ ਕੀਰਤੀ ਹੈ। ਘਰ ਘਰ ਵਿੱਚ ਗੁਰੂ ਅਰਜਨ ਦੇਵ ਜੀ ਦਾ ਜੈ ਜੈਕਾਰ ਹੋ ਰਹੀ ਹੈ। ਜਹਾਂ ਤਹਾਂ ਮਾਨੀਏ ਮਾਨੋ ਤਰ ਅਰਜਨ। ਅਰਜਨ ਦਾ ਚੌਥਾ ਅਰਥ ਹੁੰਦਾ ਹੈ, ਇੱਕ ਬੂਟਾ ਹੁੰਦਾ ਜੀ ਅਰਜਨ। ਜਿਹੜੇ ਥੋੜਾ ਬੜਾ ਆਯੁਰਵੇਦ ਦੇ ਬਾਰੇ ਪੜ੍ਹੇ ਨੇ ਉਹਨਾਂ ਨੂੰ ਪਤਾ ਹੋਣਾ, ਵੱਡੀ ਤੋਰੀ ਘੀਏ ਵਰਗਾ, ਉਹਨੂੰ ਬਰਾਊਨ ਰੰਗ ਦਾ ਫਲ ਲੱਗਦਾ ਜੀ। ਉਹਦੀ ਜਿਹੜੀ ਛਾਲ ਹੁੰਦੀ ਹੈ ਉਹ ਕੈਸਟਰੋਲ ਵਗੈਰਾ ਦੇ ਵਿੱਚ ਡਾਕਟਰ ਹਕੀਮ ਵਰਤਦੇ ਨੇ, ਹਾਰਟ ਦੇ ਮਰੀਜ਼ਾਂ ਨੂੰ ਦਿੰਦੇ ਨੇ। ਉਹਦਾ ਸਿਰਪ ਬਣਾ ਕੇ ਸ਼ਹਿਰਾਂ ਜਿੱਥੇ ਅਰਜੁਨਾ ਰਿਸ਼ਟ ਕਰਕੇ ਦੇਸੀ ਦੁਕਾਨਾਂ ਤੋਂ ਮਿਲਦਾ ਹੈ, ਉਹ ਕਹਿੰਦੇ ਬੰਦੇ ਦਾ ਖੂਨ ਸਾਫ਼ ਕਰਦਾ। ਇਸ ਕਰਕੇ ਉਹ ਜਿਹੜਾ ਅਰਜਨ ਹੁੰਦਾ ਘਰ ਘਰ 'ਚ ਲੋਕ ਲਾਉਂਦੇ, ਕਹਿੰਦੇ ਅਰਜਨ ਦਾ ਬੂਟਾ ਲਾਉਣਾ ਚਾਹੀਦਾ, ਬੜੀਆਂ ਬਿਮਾਰੀਆਂ 'ਚ ਕੰਮ ਆਉਂਦਾ। ਆਖੋ ਸ੍ਰੀ ਵਾਹਿਗੁਰੂ। ਕਹਿੰਦੇ ਜਿਵੇਂ ਅਰਜਨ ਦੇ ਬੂਟੇ ਨੂੰ ਸਾਰੇ ਕੀਮਤੀ ਸਮਝ ਕੇ ਲਾਉਂਦੇ ਨੇ, ਦਵਾਈਆਂ 'ਚ ਕੰਮ ਆਉਂਦਾ, ਗੁਰੂ ਅਰਜਨ ਦੇਵ ਦੀ ਬਾਣੀ ਘਰ ਘਰ 'ਚ ਕੰਮ ਆਉਂਦੀ ਹੈ। ਗੁਰੂ ਅਰਜਨ ਦੇਵ ਦੀ ਸੁਖਮਣੀ ਸਾਰੇ ਦੁੱਖ ਦੂਰ ਕਰਦੀ ਹੈ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਸਣਾ। ਕਹਿੰਦੇ ਅਰਜ ਨਾ ਜਾਣਿਓ ਜਾਏ। ਹੁਣ ਜਿਹੜੇ ਮੇਰੇ ਵੀਰ ਬਜ਼ੁਰਗ, ਮੇਰੇ ਭਰਾ ਆਏ ਨੇ ਵੱਡੀ ਉਮਰ ਦੇ, ਉਹਨਾਂ ਨੂੰ ਪਤਾ ਵੀ ਅਰਜ ਕੀ ਹੁੰਦਾ ਹੈ। ਜਿਹੜੇ ਕੱਪੜੇ ਦੀ ਦੁਕਾਨ ਤੇ ਅਸੀਂ ਜਾਂਦੇ ਹੁੰਦੇ ਸੀ, ਉਹ ਕਹਿੰਦੇ ਸੀ ਕੱਪੜੇ ਦਾ ਅਰਜ ਕਿੰਨਾ ਤੇ ਬਰ ਕਿੰਨਾ। ਹੁਣ ਵਾਲੇ ਬੱਚਿਆਂ ਨੂੰ ਸ਼ਾਇਦ ਨਹੀਂ ਪਤਾ। ਅਰਜ ਬਰ ਕਹਿੰਦੇ ਨੇ ਇਹਨੂੰ ਲੰਬਾਈ ਨੂੰ, ਤੇ ਅਰਜ ਕਹਿੰਦੇ ਨੇ ਉਹਦੀ ਚੌੜਾਈ ਨੂੰ। ਕੱਪੜੇ ਦੀ ਚੌੜਾਈ ਨੂੰ ਅਰਜ ਕਹਿੰਦੇ ਸੀ ਤੇ ਲੰਬਾਈ ਨੂੰ ਬਰ ਕਹਿੰਦੇ ਸੀ। ਕਹਿੰਦੇ ਇਹ ਜਿਹੜੀ ਲੰਬਾਈ ਚੌੜਾਈ ਹੈ ਗੁਰੂ ਅਰਜਨ ਦੇਵ ਦੀ ਨਹੀਂ ਕੋਈ ਜਾਣ ਸਕਦਾ। ਅਰਜ ਨਾ ਜਾਣਿਓ ਜਾਏ ਕੇਤੋ ਹੈ ਵਿਸਥਾਰ ਤੇ। ਫਿਰ ਗੁਰੂ ਅਰਜਨ ਦੇਵ ਜੀ ਤੇਰਾ ਕਿੱਡਾ ਵਿਸਥਾਰ ਹੈ, ਕਿੱਡੀ ਤੇਰੀ ਸੋਚ ਵੱਡੀ ਹੈ। ਗੁਰੂ ਅਰਜਨ ਦੇਵ ਜੀ ਕਿ ਤੇਰਾ ਹਿਰਦਾ ਕਿੱਡਾ ਵਿਸ਼ਾਲ ਹੈ। ਉਹਦੀ ਲੰਬਾਈ, ਉਹਦੀ ਚੜਾਈ ਨੂੰ ਮਾਪਣ ਵਾਲਾ ਕੋਈ ਇੰਚੀ ਟੇਪ ਨਹੀਂ ਬਣਿਆ, ਕੋਈ ਮੀਟਰ ਨਹੀਂ ਬਣਿਆ। ਆਖੋ ਸ੍ਰੀ ਵਾਹਿਗੁਰੂ। ਕੋਈ ਗਜ ਨਹੀਂ ਬਣਿਆ। ਅਰਜ ਨਾ ਜਾਣਿਓ ਜਾਏ ਕੇਤੋ ਹੈ ਵਿਸਥਾਰ। ਅਰਜ ਨਾ ਜਾਣ। ਅਰਜਨ ਨੂੰ ਹੁਣ ਸੰਧੀ ਸ਼ੇਰ ਕਰ ਦਿੱਤਾ। ਇਹ ਭਾਈ ਸੰਤੋਖ ਸਿੰਘ ਦੀ ਕਵੀ ਜੀ ਦੀ ਰਚਨਾ ਹੈ। ਕਹਿੰਦੇ ਇਤੇ ਰੂਪ ਧਾਰ ਆਇਓ ਰਾਜੇ ਗੁਰੂ ਅਰਜਨ। ਐਸਾ ਰੂਪ ਧਾਰ ਕੇ ਆਏ ਨੇ ਗੁਰੂ ਅਰਜਨ ਦੇਵ ਜੀ। ਉਹਨਾਂ ਦਾ ਮਨਾ ਰਹੇ ਹੋ ਪਾਵਨ ਪਵਿੱਤਰ ਪ੍ਰਕਾਸ਼ ਪੁਰਬ। ਸਾਰਿਆਂ ਨੂੰ ਲੱਖ ਲੱਖ ਵਧਾਈ ਹੋ। ਜਿੱਥੇ ਅਸੀਂ ਸਤਿਗੁਰੂ ਅਰਜਨ ਦੇਵ ਜੀ ਦਾ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਇਆ, ਉਸ ਤੋਂ ਪਹਿਲਾਂ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ 1 ਮਈ ਨੂੰ ਮਨਾਇਆ। ਬੜੀਆਂ ਖੁਸ਼ੀਆਂ ਮਿਲੀਆਂ। ਕਾਰਨ ਭਾਵੇਂ ਸੰਸਾਰ ਦੇ ਵਿੱਚ ਅੱਜ ਬੜੀ ਮਹਾਂਮਾਰੀ ਕਰਕੇ ਬੜੀ ਭਾਰੀ ਭਿਆਨਕ ਹਾਲਤ ਬਣ ਚੁੱਕੀ ਹੈ। ਪਰਮੇਸ਼ਰ ਨੇ ਐਸਾ ਤੀਰ ਛੱਡਿਆ ਹੈ, ਵੱਡਿਆਂ ਵੱਡਿਆਂ ਦੀ ਆਕੜ ਭੰਨ ਦਿੱਤੀ ਹੈ। ਦਸਵੇਂ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਇੱਕ ਬਚਨ ਲਿਖਿਆ, ਹੁਵਮ ਸ਼ਬਦ ਅਸ ਤੁਜੈ ਉਚਾਰਾ ਤਾਂ ਤੇ ਆਦ ਜਾਤ ਬਖਤਾ। ਕਹਿੰਦੇ ਅਕਾਲ ਪੁਰਖ ਜਦੋਂ ਹੰਕਾਰੀਆਂ ਦਾ ਹੰਕਾਰ ਤੋੜਨ ਤੇ ਆਉਂਦਾ ਨਾ, ਉਦੋਂ ਰੋਗਾਂ ਦੇ ਤੀਰ ਚਲਾ ਦਿੰਦਾ। ਰੋਗਾਂ ਦਾ ਤੀਰ ਹੈ ਛੱਡਿਆ। ਜੇ ਅਜੇ ਵੀ ਅਸੀਂ ਸਰੈਂਡਰ ਕਰ ਦਈਏ, ਵਾਹਿਗੁਰੂ ਤੂੰ ਬਖਸ਼ ਲੈ, ਰਹਿਮਤ ਕਰ। ਹੁਣ ਸਾਡੇ ਸਾਰਿਆਂ ਦੇ ਹੱਥ ਖੜੇ ਨੇ। ਹੁਣ ਸਾਰੀਆਂ ਚਲਾਕੀਆਂ ਹੁਸ਼ਿਆਰੀਆਂ ਸਾਡੇ ਮੈਡੀਕਲ ਸਾਇੰਸ ਦੇ ਵੀ ਹੱਥ ਖੜੇ ਕਰ ਦਿੱਤੇ। ਦੁਨੀਆ ਦੇ ਤਾਕਤਾਂ ਵੱਡੀਆਂ ਵੱਡੀਆਂ ਝੁਕ ਗਈਆਂ, ਸਰਕਾਰਾਂ ਫੇਲ ਹੋ ਗਈਆਂ। ਹੁਣ ਸਿਰਫ ਤੂੰ ਹੀ ਰਹਿ ਗਿਆ। ਸਾਰੇ ਆਪਾਂ ਅਰਦਾਸ ਕਰੀਏ, ਸੱਚੇ ਪਾਤਸ਼ਾਹ ਹਮਰੀ ਕਰੋ, ਹਾਥ ਦਾ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ। ਉਹਦੇ ਕਾਰਨ ਕਰਕੇ 400 ਸਾਲਾ ਜਿਹਨੇ ਉਤਸ਼ਾਹ ਨਾਲ ਮਨਾਉਣਾ ਸੀ ਆਪਾਂ ਨਹੀਂ ਮਨਾ ਪਾਏ। ਗੁਰੂ ਕਿਰਪਾ ਕਰੇ ਸੰਸਾਰ ਨੇ ਸੁਖ ਸ਼ਾਂਤੀ ਵਰਤੇ, ਫੇਰ ਉਦਾਂ ਹੀ ਨਗਰ ਕੀਰਤਨ ਹੋਣ, ਉਦਾਂ ਹੀ ਖੁੱਲੇ ਦੀਵਾਨ ਸੱਜਣ, ਗੁਰੂ ਕੀ ਬਾਣੀ ਵਰਤੇ। ਕਹਿੰਦੇ ਲਾਗ ਤੇ ਦੀਵਾਨ ਰਹਿ, ਗਾਲ ਤੇ ਸੁਜਾਨ ਰਹਿ, ਝੂਲ ਤੇ ਨਿਸ਼ਾਨ ਰਹਿ। ਪੰਥ ਮਹਾਰਾਜ ਕੇ ਅੱਜ ਗੁਰੂ ਦੀ ਓਟ ਲੋੜ ਹੈ ਸਾਨੂੰ ਸਾਰਿਆਂ ਨੂੰ। ਜਿੱਥੇ ਸਤਿਗੁਰਾਂ ਦਾ ਮਨਾਇਆ ਆਪਾਂ 400 ਸਾਲਾ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਇਸ ਵੀਕਐਂਡ ਤੇ ਆਪਾਂ ਮਨਾ ਰਹੇ ਹਾਂ, ਉੱਥੇ ਸਾਧ ਸੰਗਤ ਜੀ ਅੱਜ ਮਹਾਨ ਸ਼ਹੀਦ ਪੰਥ ਦੇ ਬਾਬਾ ਵੀਰ ਸਿੰਘ ਦੀ ਨਰਗਾ ਵਾਧੀਏ।
ਜਿਨ੍ਹਾਂ ਨੂੰ ਸਿੱਖ ਰਾਜ ਦੇ ਥੰਮ ਕਿਹਾ ਜਾਂਦਾ ਸੀ, ਆਪਣਿਆਂ ਦੇ ਹੱਥੋਂ ਹੀ ਡੋਗਰਿਆਂ ਨੇ ਐਸੀ ਚਾਲ ਚੱਲੀ। ਹੀਰਾ ਸਿੰਘ ਡੋਗਰਾ, ਧਿਆਨ ਸਿੰਘ ਦਾ ਪੁੱਤਰ, ਸਿੱਖਾਂ ਦੀ ਫੌਜ ਨੂੰ ਬਾਬਾ ਜੀ ਦੇ ਉਲਟ ਕਰਕੇ ਕਿ ਬਾਬਾ ਜੀ ਬਾਗੀਆਂ ਨੂੰ ਮਦਦ ਦਿੰਦੇ ਨੇ, ਸਰਕਾਰ ਦੇ ਵਿਰੋਧੀ ਨੇ। ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ 73 ਸਿੰਘ ਸੰਧਾਵਾਲੀਏ, ਦੋਵੇਂ ਹੀ ਉੱਥੇ ਬਾਬਾ ਜੀ ਦੀ ਸ਼ਰਨ ਆਏ। ਗੁਰੂ ਕੇ ਸਿੰਘ ਹੀ ਸਨ। ਲੜਾਈ ਤੇ ਡੋਗਰਿਆਂ ਨਾਲ ਸੀ। ਲੜਾਤਾ ਸਿੱਖ ਫੌਜਾਂ ਨੂੰ ਆਪਸ ਵਿੱਚ। ਫੌਜਾਂ ਚੜ੍ਹ ਕੇ ਆ ਰਹੀਆਂ ਨੇ। ਮਤਾਬ ਸਿੰਘ ਲਾਗਰੀ ਨੂੰ ਬਾਬਾ ਵੀਰ ਸਿੰਘ ਜੀ ਕਹਿੰਦੇ ਲੰਗਰ ਖੁੱਲਾ ਬਣਾ ਦਿਓ। ਉਹ ਕਹਿੰਦੇ ਬਾਬਾ ਜੀ ਆਪਣੇ ਜਿੰਨੇ ਕੁ ਡੇਰੇ ਚ ਉਹਨਾਂ, ਕਹਿੰਦੇ ਨਹੀਂ, ਇਹਨੇ ਜਿੰਨੇ ਭਾਂਡੇ ਨੇ ਵੱਡੇ ਵੱਡੇ ਕੜਾਏ ਦੇ ਕੇ ਸਭ ਦਾਲ ਦੇ ਸਬਜ਼ੀਆਂ ਦੇ ਭਰ ਕੇ ਬਣਾਓ, ਖੀਰਾ ਬਣਾਓ, ਕੜਾਹ ਬਣਾਓ, ਪੂੜੀਆਂ ਬਣਾਓ, ਖੁੱਲਾ ਲੰਗਰ ਬਣਾਓ। ਬਾਬਾ ਜੀ ਇੰਨਾ ਲੰਗਰ ਕਿਹਨੂੰ ਛਕਾਣਾ? ਆਪਣੇ ਕੋਲ ਤਾਂ ਜਿਹੜੇ ਸਿੰਘ ਹਨ, ਜਿਹਦੀ ਫੌਜ ਹੈ, ਜਿੰਨੇ ਕੋਲ ਸਿੱਖ ਸਾਧੂ ਮਹਾਤਮਾ ਹਨ, ਉਹਨਾਂ ਤੋਂ ਤਾਂ ਜ਼ਿਆਦਾ ਹੋ ਜਾਏਗਾ। ਕਹਿੰਦੇ ਨਹੀਂ, ਉਹ ਜਿਹੜੇ ਸਾਨੂੰ ਮਾਰਨ ਆ ਰਹੇ ਨੇ ਉਹ ਵੀ ਸਾਡੇ ਭਰਾ ਨੇ, ਉਹ ਵੀ ਸਿੱਖ ਨੇ। ਜਦੋਂ ਸਾਨੂੰ ਮਾਰਨ ਤੋਂ ਬਾਅਦ ਗੁਰਦੁਆਰੇ ਚ ਵੜਨਗੇ, ਭੁੱਖੇ ਨਹੀਂ ਜਾਣਗੇ। ਕੈਸੇ ਮਹਾਂਪੁਰਸ਼ ਸਨ, ਕੈਸੇ ਸਾਧੂ ਸਨ। ਸਾਧ ਸੰਗਤ ਦੀ ਸਿੱਖ ਫੌਜਾਂ ਨੇ ਸਿੱਖਾਂ ਉੱਤੇ ਵਾਰ ਕਰਤਾ। ਭਰਾ ਹੀ ਭਰਾਵਾਂ ਦੇ ਕਾਤਲ ਬਣ ਗਏ। 18 ਗੋਲੀਆਂ ਬਾਬਾ ਜੀ ਨੂੰ ਲੱਗੀਆਂ। ਸ਼ਾਂਤ ਦੇ ਸਿੰਘ ਬੜੇ ਬੜੇ ਯੋਧੇ, ਜਵਾਹਰ ਸਿੰਘ ਨਲੂਆ, ਹਰੀ ਸਿੰਘ ਨਲੂਏ ਦਾ ਪੁੱਤਰ ਕੋਲ ਖੜਾ, ਬਾਬਾ ਜੀ ਆ ਗਿਆ ਦਿਓ ਫੌਜਾਂ ਨੂੰ, ਉਡਾ ਦੇਈਏ ਤੁਫਾਨਾਂ ਦੇ। ਉਹ ਕਹਿੰਦੇ ਨਾ, ਸਿੱਖ ਨਹੀਂ ਸਿੱਖ ਤੇ ਵਾਰ ਕਰਦਾ। ਉਹ ਸਾਡੇ ਭਰਾ ਨੇ, ਦਿਮਾਗ ਖਰਾਬ ਹੋ ਗਿਆ। ਬਾਣਾ ਦਾ ਗੁਰੂ ਦਾ ਪਾਇਆ, ਆਪਾਂ ਤੇਗ ਨਹੀਂ ਚੁੱਕ ਸਕਦੇ ਉਹਨਾਂ ਉੱਤੇ, ਆਪਾਂ ਵਾਰ ਨਹੀਂ ਕਰ ਸਕਦੇ ਉੱਤੇ। ਐਸੇ ਉਹ ਮਹਾਂਪੁਰਸ਼। 18 ਗੋਲੀਆਂ ਲੱਗੀਆਂ, ਅਖੀਰ ਤੋਪ ਦਾ ਗੋਲਾ ਪੱਟ ਵਿੱਚ ਵੱਜਾ। ਵਾਹਿਗੁਰੂ 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 ਕੀਰਤਨ ਕਰਦੇ, ਨਾਮ ਜਪਦੇ ਹੋਏ ਸਾਰੇ ਸਿੰਘਾਂ ਸਮੇਤ ਲਾਸ਼ਾਂ ਨਾਲ ਡੇਰਾ ਭਰ ਗਿਆ। 27 ਵਿਸਾਖ ਵਾਲੇ ਦਿਨ ਇਹ ਭਾਣਾ ਵਰਤਿਆ ਸੀ। ਉਹ ਸਾਧ ਸੰਗਤ ਜੀ ਦਿਹਾੜਾ ਹੈ। ਅੱਜ ਦੇ ਦਿਨ ਬਾਬਾ ਚੇਤ ਸਿੰਘ ਜੀ ਅਕਾਲੀ ਮਹਾਂਪੁਰਸ਼, ਸ਼੍ਰੋਮਣੀ ਪੰਥ ਅਕਾਲੀ ਬੁੱਢੇਦਾਰ ਦੇ 12ਵੇਂ ਜਥੇਦਾਰ ਸਾਹਿਬ ਜੀ ਨੇ ਸਨ 1968 ਦੇ ਵਿੱਚ ਚਾਲੇ ਪਾਏ ਸਨ। ਉਹਨਾਂ ਮਹਾਂਪੁਰਸ਼ਾਂ ਦੀ ਬੜੀ ਵੱਡੀ ਸੇਵਾ ਸੀ। ਭਾਈ ਡੱਲੇ ਦੇ ਪਰਿਵਾਰ ਵਿੱਚੋਂ ਸਨ। ਭਾਈ ਡੱਲਾ ਜਿਹੜਾ 10ਵੇਂ ਪਾਤਸ਼ਾਹ ਮਹਾਰਾਜ ਦੀ ਸੇਵਾ ਕੀਤੀ, ਦਮਦਮੇ ਸਾਹਿਬ, ਉਹਨਾਂ ਦੇ ਪਰਿਵਾਰ ਵਿੱਚ ਇਹਨਾਂ ਦਾ ਜਨਮ ਹੋਇਆ। ਤੇ ਬਾਬਾ ਜੀ ਨੇ ਸ਼੍ਰੋਮਣੀ ਪੰਥ ਅਕਾਲੀ ਬੁੱਢੇਦਾਰ ਦੀ ਜਥੇਦਾਰੀ ਉਸ ਵੇਲੇ ਕੀਤੀ ਜਦੋਂ ਸਾਧ ਸੰਗਤ ਦੀ ਮੁਸਲਿਮ ਲੀਗ ਨੇ ਐਲਾਨ ਕਰ ਦਿੱਤਾ ਵੀ ਅਸੀਂ ਜਿਹੜਾ ਪੱਛਮੀ ਪੰਜਾਬ ਹੈ, ਲਾਹੌਰ ਦਾ ਇਲਾਕਾ ਹੈ, ਪਾਕਿਸਤਾਨ ਬਣਾਉਣਾ। ਪਾਕਿਸਤਾਨ ਦੇ ਵਿੱਚ ਜਿਹੜਾ ਕੋਈ ਦੂਸਰੀ ਕੌਮ ਦਾ ਬੰਦਾ, ਉਹਨਾਂ ਨੂੰ ਖਤਰਾ ਹੋ ਗਿਆ ਵੀ ਸਿੱਖਾਂ ਨੂੰ ਵੀ ਹਿੰਦੂਆਂ ਨੂੰ ਵੀ ਮਾਰਾਂਗੇ ਤੇ ਇੱਥੋਂ ਭਜਾਵਾਂਗੇ। ਮਾਸਟਰ ਤਾਰਾ ਸਿੰਘ ਵਰਗੇ ਲੀਡਰ ਘਬਰਾ ਗਏ ਵੀ ਹੁਣ ਕੀ ਕਰੀਏ। ਕਹਿੰਦੇ ਬਾਬਾ ਚੇਤ ਸਿੰਘ ਜੀ, ਤੁਸੀਂ ਜਾ ਕੇ ਪਿੰਡਾਂ 'ਚ ਅੰਮ੍ਰਿਤ ਛਕਾਓ, ਗੱਤਕਾ ਸਿਖਾਓ ਸਿੰਘਾਂ ਨੂੰ, ਤੇ ਸ਼ਸਤਰਾਂ ਦੇ ਲਾਇਸੈਂਸ, ਉਸ ਵੇਲੇ ਬਰਛਾ, ਗੰਡਾਸਾ ਤੇ ਦੂਜੇ ਵੱਡੇ ਸ਼ਸਤਰ ਕੋਈ ਨਹੀਂ ਸੀ ਰੱਖ ਸਕਦਾ ਸਿਵਾਏ ਨਿਹੰਗ ਸਿੰਘਾਂ ਤੋਂ। ਬਾਕੀਆਂ ਨੂੰ ਸਿਰਫ 6 ਇੰਚ ਦੀ ਕਿਰਪਾਨ ਦਾ ਆਰਡਰ ਸੀ। ਤੇ ਉਹਦੇ ਵਾਸਤੇ ਵੀ ਜੇ ਕੋਈ ਹੱਥ 'ਚ ਫੜ ਲੈਂਦਾ ਸੀ ਨਾ ਕਿਰਪਾਨ, ਇੱਕ ਬੱਚਾ ਲਾਹੌਰ ਦਾ ਸਕੂਲ ਤੋਂ ਘਰ ਜਾ ਰਿਹਾ ਤੇ ਉਹਦੇ ਗਾਤਰਾ ਟੁੱਟ ਗਿਆ ਤੇ ਕਿਰਪਾਨ ਹੱਥ 'ਚ ਫੜ ਲਈ ਤੇ ਉਹਨੂੰ ਵੀ ਫੜ ਕੇ ਅੰਦਰ ਕਰਤਾ। 6ਵੀਂ ਪੜ੍ਹਦੇ ਬੱਚੇ ਨੂੰ ਇਹਦੇ ਹੱਥ 'ਚ ਕਿਰਪਾਨ ਫੜੀ ਸੀ। ਇੰਨੀ ਸ਼ਕਤੀ ਸੀ ਅੰਗਰੇਜ਼ਾਂ ਦੇ ਰਾਜ ਵਿੱਚ। ਪਰ ਬਾਬਾ ਚੇਤ ਸਿੰਘ ਜੀ ਨੇ ਜਾ ਕੇ ਸਿੰਘਾਂ ਨੂੰ ਉਹ ਲਾਇਸੈਂਸ ਜਾਰੀ ਕੀਤੇ ਵੀ ਬਰਛਾ ਵੀ ਰੱਖ ਸਕਦੇ ਹੋ, ਖੰਡਾ ਵੀ ਰੱਖ ਸਕਦੇ ਹੋ, ਢਾਲ ਤਲਵਾਰ ਵੀ, ਜੇ ਤੁਹਾਡੇ ਤੇ ਮੁਸਲਿਮ ਲੀਗੀ ਹਮਲਾ ਕਰਨ ਤੇ ਮੁਕਾਬਲਾ ਕਰਿਆ। ਜਿੱਥੇ ਸਿੰਘ ਤਿਆਰ ਸਨ, 2.5 ਲੱਖ ਸਿੰਘ ਅੰਮ੍ਰਿਤਧਾਰੀ ਹੋਇਆ ਤੇ ਉਹਨਾਂ ਨੂੰ ਖੰਡੇ ਸ਼ਸਤਰ ਵੰਡੇ, ਕਿਉਂਕਿ ਮਹਾਰਾਜ 10ਵੇਂ ਪਾਤਸ਼ਾਹ ਦਾ ਹੁਕਮ ਇਹੀ ਹੈ ਕਿ ਸ਼ਸਤਰਧਾਰੀ ਹੋ ਕੇ ਰਹਿਣਾ। ਸ਼ਸਤਰ ਕੇ ਅਧੀਨ ਹੈ ਰਾਜ, ਜੋ ਨਾ ਧਰੈ ਤਿਸ ਬਿਗੜੈ ਕਾਜ। ਜਾਣਤੇ ਸਰਬ ਖਾਲਸਾ ਸੁਨੀਐ, ਆਇਤ ਧਰਵੇ ਉਤਮ ਗੁਨੀਐ। ਜਬ ਹਮਰੇ ਦਰਸ਼ਨ ਕੋ ਆਵੋ, ਬਾਂਸ ਤੇਲ ਤਨ ਸ਼ਸਤਰ ਸਜਾਵੋ। ਕਮਰ ਕਸਾ ਕਰ ਦਿਓ ਦਿਖਾਈ, ਹਮਰੀ ਖੁਸ਼ੀ ਹੋਏ ਦਿਖਾਈ। ਜਿਹੜਾ ਸ਼ਸਤਰਧਾਰੀ ਹੈ ਉਹਦੇ ਤੋਂ ਸਾਰੇ ਭੈ ਖਾਂਦੇ ਆ। ਔਰ ਸ਼ਸਤਰਧਾਰੀ ਹਿੰਸਾ ਨਹੀਂ ਕਰਦਾ, ਸ਼ਸਤਰਧਾਰੀ ਹਿੰਸਾ ਰੋਕਦਾ ਹੈ। ਅਸੀਂ ਪ੍ਰਤੱਖ ਦੇਖਿਆ। ਤੁਸੀਂ ਖਾਲੀ ਹੱਥ ਹੋਵੋਗੇ, ਤੁਹਾਡੇ ਨਾਲ ਕੋਈ ਛੇੜਖਾਨੀ ਕਰੇਗਾ, ਲੜਾਈ ਹੋਵੇਗੀ। ਤੁਹਾਡੇ ਕੋਲ ਸ਼ਸਤਰ ਹੋਵੇਗਾ, ਅਗਲਾ ਚੁੱਪ ਕਰਕੇ ਲੰਘ ਜਾਏਗਾ, ਨਾ ਲੜਾਈ ਹੋਵੇ ਨਾ ਝਗੜਾ ਹੋਵੇ।
इस करके शस्त्र कभी किसी का नुकसान नहीं करते। जिन्होंने लोगों के मन च वहम है भी शस्त्र नुकसान करते, गलत सोचा हुआ है। श्री गुरु गोबिंद सिंह साहब महाराज को अज दुनिया गलत पेश किया जाता है। वो जंग करते सी, वो लड़ाई करते सी, वो खूंखार सी, वो हिंसावादी सी। नहीं, 10वें पातशाह महाराज का अपनी बाणी में लिखते युद्ध की बात बुरी सब थे। वो कहते लड़ाई का ना ही माड़ा, लड़ाई चंगी नहीं है, पर जे कोई गाला आके पवे, कोई आके दाढ़ी में हथ पावे, कोई धर्म स्थाना की बेदबी करे, कोई साडियां धीआं भैणां नूं हथ पावे, ते फिर की करिए। कहते चूका अज हमा हीर ते दाग जस्त हरा रस्त गुरदन बाद शमशीर, फिर खालसा शस्त्र चुक लवे। इस तरह सच्चे पातशाह की जी फिलासफी है वो बड़ी उच्ची है, लोगों ने असीं पेश नहीं कर पाए। महाराज तो कहते मेरा तो फुरना यह है सगल जगत प्रजा सुखी होए विराजा। मैं ये नहीं कहता भी लड़ाइयां होण, दंगे होण, खून खराबा होवे। मैं ये चाहता सारी दुनिया सुखी बसे, सुखी बसा पूरा परिवार, सेवक सिख सभा करतार। ते शांति वास्ते युद्ध की लोड़ पैंदी, ये भी 10वें पातशाह लिखदे। कहंदे युद्ध करे तब शांत, सस्सां नूं कुड़ 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 करदियां रहिंदियां, लड़दियां रहिंदियां, थोड़ा 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 धुखदी रहती है। एक दिन हफ्ते के पिछों चंगी झुट लग जाती है, चंगा हो जाता फिर काम, ते फिर महीने के वास्ते शांति हो जाती है। ये साढ़े घर के तजर्बा, बाहर जाने की लोड़ नहीं। दो गुआढ़ी माड़ा माड़ा कुड़ते रहने, एक दिन थोड़ा जहा हो जाए ना, तो फिर महीने 2 महीने 6 महीने साल लंघ जाते हैं। महाराज कहते युद्ध बिना भी शांति नहीं होती, पर बिना मतलब के भी युद्ध नहीं करना। ये सच्चे पातशाह ने खालसे नूं विवेक बुद्धि दी। सो साध संगत जी अज आपां पंचम पातशाह का पावन प्रकाश पुरब मना रहे हैं, ते महापुरुषों के दिहाड़े भी मना रहे हैं। आओ हुण सतगुरां दी बाणी दी विचार सरवण करिए, क्योंकि असल जिहड़ा तत्त है ना, जिवें दुध होवे उहनूं जाग लाइए, फिर दही जमाइए, फिर मधानी पाइए, फिर विचों मक्खण निकलदा। जिहड़ा मक्खण है वो श्री गुरु ग्रंथ साहब जी की विचार है। आखो सतनाम सबसे ऊपर गुर शब्द विचार। आप इतिहास भी सुनना लागियां सिंहां तो, ढाडियां सिंहां तो, कथावाचकां तो, आप पंथ दीयां विचारां भी करनियां ने, आप बड़ा कुछ करना है। पर सारा कुछ करना काहदे वास्ते है भी साडी सुरत गुरबाणी तक पहुंचे, असीं गुरु नाल जुड़ के भाव सागर तो पार लंघीए। किते ना होवे फिर जन्म मरण दे चक्कर दी कीड़े मकोड़े बनते रहिए, अगे भी बनते आए। कई जन्म भय कीट पतंगा, कई जन्म का जमीन कुरंगा, कई जन्म पंखी सरक होयो, कई जन्म हैवर फिर जोयो। हुण गोविंद मिलन की ये तेरी परिया। हुण मौका जे आपां पातशाह महाराज श्री गुरु ग्रंथ साहब जी की रब्बी बाणी द्वारा अपनी आत्मा नूं परमात्मा नाल जोड़न वाले बणीए। गुरु साहब सच्चे पातशाह बड़ी किरपा कीती इत्थों दे प्रबंधक साहबानां ते, तुहाडे सारियां ते भी तुसीं बड़े प्रेम नाल सारा गुरु घर दा प्रबंध चला रहे हो। संगतां जुड़ रहीआं ने ते कथा कीर्तन दा आनंद 5-6 दिन हो गए दास नूं हाਜ਼ਰੀ भरदिआं। बड़े प्यार वाले स्रोते गुरबाणी वेले मैं देखा स्रोते बहुत घट बैठते, जे इधर उधर दी गल्लां करिए फिर ज्यादा सुनते हैं, ते जदों गुरबाणी दी गल आउंदी फिर नींद आ जाती श्रोतिआं नूं। आम जगह ते इत्थे किरपा महाराज दी भी तुसीं सावधान हो के सुनदे, क्योंकि गुरबाणी सुननी थोड़ा जिहा तप है। तप का एक शरीर का तप होंदा, एक सुरती का तप होंदा। सुरत जिहड़ी है ना बरीक गल नहीं सुन सकदी, ਉਹਨੂੰ ਸੁਣਨ ਲਈ ਬਰੀਕ ਸੁਰਤ ਬਰੀਕ ਕਰਨੀ ਪੈਂਦੀ ਹੈ। ਮਹਾਰਾਜ ਕਿਰਪਾ ਕਰੇ, ਬਖਸ਼ਿਸ਼ ਕਰੇ, ਸਾਨੂੰ ਐਸੇ ਸਰੋਤੇ ਬਣਾਵੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਵਸ ਜਾਵੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਧਨਾਸਰੀ ਰਾਗ ਵਿੱਚ ਪੰਚਮ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਕਿਰਪਾ ਕਰ ਰਹੇ ਹਨ। ਤੁਮ ਦਾਤੇ ਠਾਕੁਰ ਪ੍ਰਤਪਾਲਕ। ਪੰਜਵੇਂ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ, ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਰੂਪ ਸ਼ਬਦ ਹੈ। हे ਵਾਹਿਗੁਰੂ, तुम
ਤੁਮ ਦਾਤੇ, ਤੁਸੀਂ ਦਾਤੇ ਹੋ ਮਹਾਰਾਜ। ਸਾਰੀ ਸ੍ਰਿਸ਼ਟੀ ਤੁਹਾਡੇ ਚਰਨਾਂ ਚੋਂ ਲੈ ਕੇ ਖਾ ਰਹੀ ਹੈ। ਦੇਂਦਾ ਦੇ, ਲੈਂਦੇ ਥੱਕ ਪਾਹੇ। ਦੇਣ ਵਾਲਾ ਦੇਈ ਜਾ ਰਿਹਾ। ਕਦੋਂ ਦਾ ਦੇ ਰਿਹਾ? ਕਹਿੰਦੇ ਜੁਗਾ ਜੁਗੰਤਰ ਖਾਹੀ ਖਾੜ। ਲੱਖਾਂ ਯੁੱਗ ਬੀਤ ਗਏ, ਇੱਕ ਦੇਗ ਪੈਸੀ ਚਲਾਈ ਹੈ, ਉਹ ਮੁੱਕਦੀ ਕੋਈ ਨਹੀਂ। ਕਿਹੜੀ ਦੇਗ ਹੈ? ਧਰਤੀ ਦੇਗ ਚੱਲਾ ਇੱਕ ਵੇਰਾ। ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਹੈ। ਗੁਰੂ ਗ੍ਰੰਥ ਸਾਹਿਬ ਦੇ ਪਾਵਨ ਬਚਨ ਆਉਂਦੇ ਹੈ, ਧਰਤੀ ਦੇਗ ਚੱਲਾ ਇੱਕ ਇੱਕੋ ਵਾਰੀ। ਧਰਤੀ ਦਾ ਪਤੀਲਾ, ਦੇਗਾ, ਭਾਂਡਾ ਭਰ ਕੇ ਰੱਖਿਆ ਹੋਇਆ, ਕੱਢੀ ਜਾਓ ਖਾਈ ਜਾਓ, ਕੱਢੀ ਜਾਓ ਖਾਈ ਜਾਓ, ਮੁੱਕਦਾ ਹੀ ਕੋਈ ਨਹੀਂ। ਐਸੀ ਦਾਤ ਦਿੱਤੀ ਮੇਰੇ ਵਾਹਿਗੁਰੂ ਨੇ। ਕਹਿੰਦੇ ਤੁਮ ਦਾਤੇ, ਮਹਾਰਾਜ ਜੀ ਤੁਸੀਂ ਦਾਤੇ ਹੋ, ਸਭਨਾ ਜੀਆਂ ਦਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕੈਸਾ ਦਾਤਾ ਹੈ? ਕੀੜੀ ਨੂੰ ਵੀ ਦੇ ਰਿਹਾ, ਹਾਥੀ ਨੂੰ ਵੀ ਦੇ ਰਿਹਾ, ਮੱਛਰ ਨੂੰ ਵੀ ਦੇ ਰਿਹਾ, ਗਰਦ ਨੂੰ ਵੀ ਦੇ ਰਿਹਾ। ਸੈਲ ਪੱਥਰ ਮੈਂ ਜੰਤੂ ਪਾਏ, ਦਾਗਾ ਰਿਜ਼ਕ ਆਗੇ ਕਰ ਕਰਿਆ। ਇਹ ਗੱਲ ਕੇਵਲ ਕਹਿਣ ਮਾਤਰ ਨਹੀਂ, ਬਹੁਤ ਜਗ੍ਹਾ ਤੇ ਐਸਾ ਵੇਖਿਆ ਗਿਆ। ਹੁਣ ਤੇ ਉਹ ਨੈਟ ਦੇ ਉੱਤੇ ਵੀ ਉਹਨਾਂ ਨੇ YouTube ਤੇ ਵੀ ਪਾਇਆ ਹੋਇਆ ਹੈ। ਕਈ ਜਗ੍ਹਾ ਤੇ ਤੁਸੀਂ ਸ਼ਾਇਦ ਦੇਖਿਆ ਹੋਵੇਗਾ ਨਾ, ਮੈਂ 2-3 ਵਾਰੀ ਦੇਖ ਚੁੱਕਾ। ਗੋਲ ਪੱਥਰ, ਬਿਲਕੁਲ ਬਿਲਕੁਲ ਗੋਲ ਪੱਥਰ, ਉਹਦੇ ਵਿੱਚ ਕੋਈ ਮੋਰੀ ਨਹੀਂ, ਕੋਈ ਰਸਤਾ ਨਹੀਂ, ਕੁਛ ਨਹੀਂ, ਤੇ ਥੋੜਾ ਮਾਰ ਕੇ ਉਹ ਪੱਥਰ ਤੋੜਦੇ ਨੇ ਨਾ। ਉਹ ਪੱਥਰ ਦੇ ਮਾਰਿਆ ਥੋੜਾ ਪੱਥਰ 2 ਫਾੜ ਹੋਇਆ, ਉਹਦੇ ਵਿੱਚ ਕੀੜਾ ਬੈਠਾ, ਤੇ ਕੀੜੇ ਦੇ ਅੱਗੇ ਨਿੱਕੀ ਜੀ ਜਿਵੇਂ ਸ਼ੱਕਰ ਦੇ ਦਾਣੇ ਹੁੰਦੇ ਨੇ, ਏਦਾਂ ਦੀ ਕੋਈ ਚੀਜ਼ ਦੇ ਨਿੱਕੇ ਨਿੱਕੇ ਦਾਣੇ ਉਹ ਚੂਸ ਰਿਹਾ। ਗੁਰੂ ਗ੍ਰੰਥ ਸਾਹਿਬ ਦੀ ਕੋਈ ਗੱਲ ਐਸੀ ਨਹੀਂ ਜਿਹੜੀ ਸਾਇੰਟੀਫਿਕ ਨਾ ਹੋਵੇ, ਕੇਵਲ ਕਲਪਨਾ ਮਾਤਰ ਨਹੀਂ ਲਿਖਿਆ ਹੋਇਆ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲਿਆ ਜੋ ਦੇਖਿਆ ਆਖੀ। ਸੰਤਾਂ ਦੀ, ਗੁਰੂ ਨਾਨਕ ਦੀ ਸੱਚੀ ਗਵਾਹੀ ਸੁਣ ਲਓ, ਉਹ ਬੋਲਿਆ ਜੋ ਵੇਖਿਆ। ਬਾਬੇ ਨਾਨਕ ਨੇ ਜੋ ਕੁਝ ਵੇਖਿਆ ਉਹ ਲਿਖਿਆ, ਐਵੇਂ ਕੋਈ ਟੱਪ ਕਪੌੜ ਨਹੀਂ ਲਿਖੇ ਹੋਏ। ਆਖੋ ਸ੍ਰੀ ਵਾਹਿਗੁਰੂ। ਹੁਣ ਸਾਡੀ ਸੋਚ ਨਹੀਂ, ਸਾਡੀ ਬਿਰਤੀ ਉੱਥੇ ਜਾਂਦੀ, ਅਸੀਂ ਕਹਿੰਦੇ ਗੱਪਾਂ ਨੇ। ਸਾਡੀ ਪਕੜੀ ਕੋਈ ਨਹੀਂ। ਅਸੀਂ ਪੜ੍ਹੇ ਆ 5ਵੀਂ 8ਵੀਂ ਵੱਧ ਤੋਂ ਵੱਧ, ਤੇ ਕਿਤਾਬ ਨੂੰ ਚੱਕਦੇ ਆ MA ਵਾਲੀ ਨੂੰ, ਉਹਦੇ ਤੇ ਕਰਦੇ ਆ ਆਲੋਚਨਾ, ਕ੍ਰਿਟਿਸਾਈਜ਼, ਇਹ ਕਿੱਦਾਂ ਲਿਖਤਾ ਜੀ, ਇਹ ਕਿੱਦਾਂ। ਉੱਥੇ ਪਹੁੰਚਾਂਗੇ ਤੇ ਗੱਲ ਬਣੇਗੀ। ਤੋ ਭਾਈ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਗੱਲ ਲਿਖੀ ਹੈ ਵੀ ਸੈਲ ਪੱਥਰ ਮੈਂ ਜੰਤੂ ਪਾਏ, ਤਾਕਰ ਆਗੇ ਕਰ ਧਰਿਆ। ਇਹ ਤੁਸੀਂ ਨੈਟ ਦੇ ਉੱਤੇ ਵੀ ਕਿਤੇ ਦੇਖ ਸਕਦੇ ਹੋ। ਮੈਂ 2-3 ਵਾਰੀ ਦੇਖਿਆ, ਗੋਲ ਰੰਗ ਦਾ ਪੱਥਰ, ਗੋਲ ਜਿਹਾ, ਉਹਨੂੰ ਭੰਨਿਆ, ਉਹਦੇ ਵਿੱਚੋਂ ਭੂਰਾ ਜਿਹਾ ਕੀੜਾ, ਉਹਦੇ ਅੱਗੇ ਛੋਟੀ ਛੋਟੀ ਸ਼ੱਕਰ ਵਰਗੀ ਕੋਈ ਚੀਜ਼ ਆ, ਉਹ ਚੂਸਦਾ। ਉਹਦੇ 'ਚ ਜਾਣ ਦਾ ਕੋਈ ਰਸਤਾ ਨਹੀਂ, ਸਪਲਾਈ ਕਰਨ ਦਾ ਬਾਹਰੋਂ, ਤੇ ਪੱਥਰ ਪਤਾ ਨਹੀਂ ਕਦੋਂ ਦਾ ਪਿਆ, ਤੇ ਕੀੜਾ ਵਿੱਚ ਕਦੋਂ ਦਾ ਪਿਆ, ਕਿਸੇ ਨੂੰ ਕੋਈ ਪਤਾ ਨਹੀਂ। ਬਾਣੀ ਜੀ ਸਾਹਿਬ ਲਿਖਦੇ ਆ, ਪਾਖਨ ਕੀਟ ਗੁਪਤ ਹੋਏ ਰਹਿਤਾ। ਪਾਖਨ ਮੈਨੇ ਪੱਥਰ, ਪਾਖਨ ਕੀਟ, ਕੀਟ ਕੀੜਾ, ਗੁਪਤ ਹੋਏ ਰਹਿਤਾ, ਗੁਪਤ ਰਹਿੰਦਾ ਵਿੱਚ, ਤਾਂ ਚੋ ਮਾਰਗ ਨਹੀਂ, ਉਹਦੇ 'ਚ ਜਾਣ ਦਾ ਰਸਤਾ ਕੋਈ ਨਹੀਂ। ਪੂਰਨ ਪਰਮਾਨੰਦ ਮਨੋਹਰ, ਸਮਝ ਦੇਖ ਮਨ ਮਾਈ। ਕਹਿੰਦੇ ਤੂੰ ਇੱਥੋਂ ਹੀ ਸਮਝ ਲੈ, ਇੱਥੋਂ ਹੀ ਸਮਝ ਲੈ ਵੀ ਉਹ ਪਰਮਾਤਮਾ ਕੀ ਚੀਜ਼ ਹੈ, ਉਹ ਵਾਹਿਗੁਰੂ ਕੀ ਚੀਜ਼ ਹੈ। ਜੇ ਤੈਨੂੰ ਅਜੇ ਇਹ ਚੀਜ਼ ਦੇਖ ਕੇ ਸਮਝ ਨਹੀਂ ਆਈ ਉਸ ਪਰਮਾਤਮਾ ਦੀ, ਫਿਰ ਤੇਰੇ ਤੋਂ ਵੱਡਾ ਮੂਰਖ ਕੋਈ ਨਹੀਂ। ਸੂਰਜ ਚੜਿਆ ਹੁੰਦਾ, ਸਾਰੀ ਦੁਨੀਆ ਦੀਆਂ ਅੱਖਾਂ ਖੁੱਲੀਆਂ ਹੁੰਦੀਆਂ ਨੇ, ਉੱਲੂ ਨੂੰ ਦਿਸਣੋਂ ਹਟ ਜਾਂਦਾ। ਸਾਡੀ ਸਾਰਾ ਸਮੇਂ ਦੀ ਅੱਜ ਉੱਲੂਆਂ ਵਾਲੀ ਹਾਲਤ ਹੁੰਦੀ ਜਾ ਰਹੀ ਹੈ। ਪਰਮਾਤਮਾ ਦੇ ਕ੍ਰਿਸ਼ਮੇ ਸਾਹਮਣੇ ਵਾਪਰ ਰਹੇ ਨੇ, ਅਸੀਂ ਕਹਿੰਦੇ ਰੱਬ ਦਿਖਾਓ ਜੀ ਕਿੱਥੇ ਹੈ। ਆਹ ਰੱਬ ਹੀ ਬੈਠਾ, ਅੱਖਾਂ ਵਿੱਚ ਦੇਖਣ ਦੀ ਸ਼ਕਤੀ ਰੱਬ ਨੇ ਪਾਈ ਹੋਈ ਹੈ, ਕੰਨਾਂ 'ਚ ਸੁਣਨ ਦੀ ਸ਼ਕਤੀ ਰੱਬ ਨੇ ਪਾਈ ਹੋਈ ਹੈ। ਮਹਾਰਾਜ ਕਹਿੰਦੇ ਵਿਸਮਾਰ ਭੁੱਖ, ਵਿਸਮਾਰ ਭੋਗ। ਇੰਨੀ ਗੱਲ ਵੀ ਸਮਝ ਲਓ ਕੀ ਚੀਜ਼ ਹੈ, ਕੀ ਚੀਜ਼ ਹੈ ਕਿ 7-8 ਘੰਟੇ ਕੁਝ ਨਾ ਖਾਈਏ ਤੇ ਅੰਦਰ ਚੂਹੇ ਕੁੱਦਣ ਲੱਗ ਜਾਂਦੇ ਆ। ਕੀ ਚੀਜ਼ ਹੈ ਕਿ ਜਦੋਂ ਬੁਰਕੀ ਉੱਤੇ ਅੰਨ ਦੀ ਪੈ ਜਾਵੇ ਟਿਕਾ ਆ ਜਾਂਦਾ। ਇਹੀ ਤਾਂ ਵਿਸਮਾਰ ਹੈ। ਵਿਸਮਾਰ ਭੁੱਖ, ਵਿਸਮਾਰ ਭੋਗ। ਮਹਾਰਾਜ ਕਹਿੰਦੇ ਸਾਰਾ ਹੀ ਹੈਰਾਨ ਕਰ ਰਿਹਾ, ਰੱਬ ਸਾਹਮਣੇ ਕ੍ਰਿਸ਼ਮੇ ਦਿਖਾ ਰਿਹਾ, ਬੰਦਾ ਫੇਰ ਨਹੀਂ ਸਮਝਦਾ।
ਬੰਦਾ ਫੇਰ ਨਹੀਂ ਸਮਝ। हे ਵਾਹਿਗੁਰੂ ਤੁਮ ਦਾਤੇ, ਤੁਸੀਂ ਦਾਤੇ ਹੋ ਠਾਕੁਰ। ਠਾਕੁਰ ਕਹਿੰਦੇ ਨੇ ਮਾਲਕ ਨੂੰ, ਠਾਕੁਰ ਕਹਿੰਦੇ ਨੇ ਰਾਜਸਥਾਨ ਵਾਲੇ ਪਾਸੇ ਪਿੰਡਾਂ ਦੇ ਚੌਧਰੀ ਹੁੰਦੇ ਨੇ, ਉਹਨੂੰ ਠਾਕੁਰ ਕਹਿੰਦੇ ਨੇ। ਮਹਾਰਾਜ ਤੁਸੀਂ ਸਾਰੀ ਦੁਨੀਆ ਦੇ ਚੌਧਰੀ ਹੋ, ਸਾਰੀ ਸ੍ਰਿਸ਼ਟੀ ਦੇ ਮਾਲਕ ਹੋ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਪਾਲਣ ਵਾਲੇ। ਜਿਵੇਂ ਮਾਂ ਬਾਪ ਬੱਚੇ ਨੂੰ ਪਾਲਦਾ, ਮਾਂ ਬੱਚੇ ਨੂੰ ਪਾਲਦੀ ਹੈ, ਆਪ ਭੁੱਖੀ ਰਹਿ ਜਾਂਦੀ, ਬੱਚੇ ਨੂੰ ਰੋਟੀ ਦਿੰਦੀ, ਉਹਨੂੰ ਭੋਗ ਪ੍ਰਸ਼ਾਦਾ ਛਕਾਉਂਦੀ, ਉਹਨੂੰ ਦੁੱਧ ਪਿਆਉਂਦੀ। ਇਸ ਤਰ੍ਹਾਂ ਵਾਹਿਗੁਰੂ ਸਾਨੂੰ ਸਾਰਿਆਂ ਨੂੰ ਪਾਲਦਾ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਤੁਸੀਂ ਸਾਡੇ ਮਹਾਰਾਜ ਨਾਇਕ ਹੋ। ਨਾਇਕ ਸੰਸਕ੍ਰਿਤ ਦਾ ਸ਼ਬਦ ਹੈ, ਅੱਜ ਕੱਲ੍ਹ ਹੀਰੋ ਸ਼ਬਦ ਹੈ ਥਾਂ ਤੇ। ਫਿਲਮ ਦੇ ਵਿੱਚ ਹੀਰੋ ਹੁੰਦਾ, 3 ਘੰਟੇ ਫਿਲਮ ਚੱਲਦੀ ਹੈ, ਛੋਟੇ ਛੋਟੇ ਐਕਟਰ ਬਦਲਦੇ ਰਹਿੰਦੇ, ਹੀਰੋ ਨਹੀਂ ਬਦਲਦਾ। ਹੀਰੋ ਲਾਸਟ ਟਾਈਮ ਤੱਕ, ਆਦ ਤੋਂ ਅੰਤ ਤੱਕ ਹੁੰਦਾ। ਹੀਰੋ ਇੱਕੋ ਹੀ ਹੈ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ। ਬਾਕੀ ਆਪਾਂ ਛੋਟੇ ਛੋਟੇ ਐਕਟਰ ਆਪਣੇ ਵਿੱਚ ਵੀ ਉਹ ਵਰਤ ਰਿਹਾ ਹੈ। ਉਹਦੇ ਤੋਂ ਬਿਨਾਂ ਆਪਾਂ ਜੇ ਹੀਰੋ ਨਾ ਹੋਵੇ ਫਿਲਮ ਵਿੱਚ, ਕਿਉਂਕਿ ਅੱਜ ਆਪਾਂ ਜਿਹੜੇ ਤਰੀਕੇ ਨਾਲ ਸਮਝ ਸਕਦੇ ਹਾਂ ਉਹਦਾ ਹੀ ਸਮਝਾਉਣਾ ਪੈਂਦਾ। ਹੀਰੋ ਕੱਢ ਦਿਓ ਤੇ ਛੋਟੇ ਛੋਟੇ ਸਾਰੇ ਐਕਟਰ ਲੈ ਆਓ, ਫਿਲਮ ਬਣ ਜਾਏਗੀ। ਹੀਰੋ ਨਾ ਹੋਵੇ, ਹੀਰੋ ਨੂੰ ਪਰੇ ਕਰ ਦਿਓ ਤੇ ਸਾਰੇ ਛੋਟੇ ਐਕਟਰ ਸਾਰੇ ਲੈ ਆਓ, ਫਿਲਮ ਨਹੀਂ ਬਣ ਸਕਦੀ। ਫਿਲਮ ਤਾਂ ਬਣੇਗੀ ਤੇ ਹੀਰੋ ਹੋਵੇਗਾ। ਹੀਰੋ ਅਕਾਲ ਪੁਰਖ ਹੈ, ਬਾਕੀ ਸਾਰੇ ਐਕਟਰ ਨੇ। ਜੇ ਹੀਰੋ ਅਕਾਲ ਪੁਰਖ ਵਿੱਚੋਂ ਕੱਢ ਦਿਓ, ਬਾਕੀ ਸਾਰੇ ਜੀਰੋ ਨੇ, ਕਿਸੇ ਦੀ ਕੋਈ ਵੈਲਿਊ ਨਹੀਂ। ਤੁਮ ਦਾਤੇ ਠਾਕੁਰ, ਮਹਾਰਾਜ ਤੁਸੀਂ ਤਾਂ ਦਾਤੇ ਹੋ, ਠਾਕੁਰ ਹੋ, ਪ੍ਰਤਪਾਲਕ, ਸਾਰਿਆਂ ਨੂੰ ਪਾਲਣ ਵਾਲੇ ਹੋ, ਸਾਰੀ ਸ੍ਰਿਸ਼ਟੀ ਦੇ ਹੀਰੋ ਹੋ, ਨਾਇਕ ਖਸਮ ਹਮਾਰੇ। ਤੁਸੀਂ ਸਾਡੇ ਖਸਮ ਹੋ, ਤੁਸੀਂ ਮਹਾਰਾਜ ਸਾਡੇ ਮਾਲਕ ਹੋ। ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ। ਹੇ ਵਾਹਿਗੁਰੂ, ਅੱਖ ਦੇ ਫੋਲ ਜਿੰਨਾ ਸਮਾਂ ਵੀ ਤੁਸੀਂ ਸਾਡੇ ਵੱਲੋਂ ਬੇਧਿਆਨੇ ਨਹੀਂ ਹੁੰਦੇ। ਨਿਮਕ ਹੁੰਦਾ ਅੱਖ ਫਰਕਦੀ ਹੈ, ਇਹਨੂੰ ਨਿਮਕ ਕਹਿੰਦੇ ਆ। ਬਹੁਤ ਘੱਟ ਟਾਈਮ ਦੇ ਵਿੱਚ ਅੱਖ ਫਰਕ ਜਾਂਦੀ ਹੈ। ਅੱਖ ਦਾ ਫਰਕਾਰਾ ਜਿੰਨਾ ਟਾਈਮ ਵੀ ਮਹਾਰਾਜ ਸਾਡਾ ਧਿਆਨ ਰੱਖਣੋਂ ਹਟਦਾ ਨਹੀਂ। ਉਸ ਵੇਲੇ ਵੀ ਸਾਡਾ ਧਿਆਨ, ਇੰਨੇ ਟਾਈਮ ਵਿੱਚ ਵੀ ਸਾਡੇ ਵੱਲ ਧਿਆਨ ਹੈ। ਇਸ ਕਰਕੇ ਮੇਰੇ ਵੱਲ ਨਹੀਂ, ਆ ਸਾਰੀ ਸ੍ਰਿਸ਼ਟੀ ਵੱਲ, ਕੀੜੀ ਵੱਲ ਵੀ, ਹਾਥੀ ਵੱਲ। ਨਿਮਕ 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 ਮਹਾਰਾਜ ਤੁਸੀਂ ਪਾਲਣਾ ਕਰ ਰਹੇ ਹੋ। ਹਮ ਬਾਰਿਕ ਤੁਮਰੇ ਤਾਰੇ। हे ਮਹਾਰਾਜ, ਅਸੀਂ ਤੁਹਾਡੇ ਬਣਾਏ ਹੋਏ ਬੱਚੇ ਹਾਂ, ਧਾਰਨ ਕੀਤੇ ਹੋਏ। ਜਿਵੇਂ ਐਕਸੈਪਟ ਕਰ ਲੈਣਾ ਇਹ ਮੇਰਾ ਹੈ, ਬਸ ਹੁਣ ਮੈਂ ਇਹਦੀ ਰਾਖੀ ਕਰਾਂਗਾ, ਤੁਸੀਂ ਫਿਕਰ ਨਾ ਕਰੋ। ਮਹਾਰਾਜ ਨੇ ਸਾਨੂੰ ਆਪਣੇ ਧੀਆਂ ਪੁੱਤਰ ਬਣਾ ਲਿਆ, ਪੈਦਾ ਕੀਤਾ ਤੇ ਬਣਾ ਕੇ ਫਿਰ ਸਾਡੀ ਪਾਲਣਾ ਕਰ ਰਿਹਾ ਮਾਂ ਬਾਪ। ਜਿਹਵਾ ਏਕ ਕਵਨ ਗੁਣ ਕਹੀਆ। हे ਵਾਹਿਗੁਰੂ, ਸਾਡੀ ਜੀਭ ਇੱਕ ਹੈ, ਤੇਰੇ ਗੁਣ ਬੇਅੰਤ ਹਨ। ਕਿਹੜੇ ਕਿਹੜੇ ਗੁਣ ਕਹੀਏ? ਇੱਕ ਜੀਭ ਦੇ ਨਾਲ ਕਿਹੜੀਆਂ ਕਿਹੜੀਆਂ ਸਿਫਤਾਂ ਕਰੀਏ ਮਹਾਰਾਜ ਤੁਹਾਡੀਆਂ। ਬੇਸੁਮਾਰ ਬੇਅੰਤ ਸੁਆਮੀ। हे ਵਾਹਿਗੁਰੂ, ਤੁਸੀਂ ਬੇਸ਼ੁਮਾਰ, ਅਨਲਿਮਿਟਿਡ ਪਾਵਰ ਹੈ ਤੁਹਾਡੀ ਪਾਵਰ ਕੋਈ ਲਿਮਿਟ ਵਿੱਚ ਨਹੀਂ ਹੈ। ਬੇਸ਼ੁਮਾਰ ਸ਼ਕਤੀ ਹੈ ਤੁਹਾਡੀ, ਬੇਸ਼ੁਮਾਰ, ਬੇਅੰਤ, ਤੁਹਾਡਾ ਅੰਤ ਕੋਈ ਨਹੀਂ ਮਹਾਰਾਜ। ਤੁਸੀਂ ਸੁਆਮੀ ਸਾਰੇ ਦੇ ਮਾਲਕ ਹੋ। ਤੇਰੋ ਅੰਤ ਨਾ ਕਿਨਹੀ ਲਹੀਆ। ਤੇਰਾ ਅੰਤ ਕਿਸੇ ਕੋਲੋਂ ਨਹੀਂ ਪਾਇਆ ਗਿਆ, ਕਿਸੇ ਕੋਲੋਂ ਨਹੀਂ। ਬ੍ਰਹਮਾ ਵੀ ਤੇਰਾ ਅੰਤ ਨਹੀਂ ਪਾ ਸਕਦਾ, ਵਿਸ਼ਨੂੰ ਵੀ ਤੇਰਾ ਅੰਤ ਨਹੀਂ ਪਾ ਸਕਿਆ, ਸ਼ਿਵ ਜੀ ਤੇਰਾ ਅੰਤ ਨਹੀਂ ਪਾ ਸਕਿਆ, ਦੇਵੀ ਦੇਵਤੇ ਤੇਰਾ ਅੰਤ ਨਹੀਂ ਪਾ ਸਕੇ। ਅੱਜ ਵਾਲੇ ਸਾਇੰਸ ਵਾਲੇ ਬੜੀਆਂ ਵੱਡੀਆਂ ਖੋਜਾਂ ਕਰਕੇ, ਬੜੀ ਬਰੀਕੀ ਦੇ ਨਾਲ ਮਿਹਨਤਾਂ ਕਰਕੇ, ਜਦੋਂ ਦੁਨੀਆ ਦੇ ਵਿੱਚ, ਬ੍ਰਹਮੰਡ ਦੇ ਵਿੱਚ ਉਹ ਕੈਮਰੇ ਲਾ ਕੇ ਨਾਸਾ ਵਾਲੇ, ਤੇ ਉਹ ਕਹਿੰਦੇ ਅਜੇ 5% ਵੀ ਨਹੀਂ ਪਤਾ ਲੱਗਾ। ਬੜਾ ਕੁਛ ਹੈ ਜਿਹੜਾ ਸਾਡੇ ਤੋਂ ਪਰੇ ਹੈ, ਬਹੁਤ ਬਰੀਕੀ ਹੈ। ਮਹਾਰਾਜ ਤੇਰਾ ਅੰਤ ਕਿਸੇ ਤੋਂ ਵੀ ਕਦੀ ਵੀ ਨਹੀਂ ਪਾਇਆ ਗਿਆ। ਵਿਸਰਾਮ ਦੇ ਕੇ ਸਾਹਿਬ ਜੀ ਕਥਨ ਕਰਦੇ ਹਨ, ਕੋਟ ਅਪਰਾਧ ਹਮਾਰੇ ਖੰਡ ਹੋ। हे ਵਾਹਿਗੁਰੂ, हे ਅਕਾਲ ਪੁਰਖ ਪਰਮੇਸ਼ਰ ਸੱਚੇ ਪਾਤਸ਼ਾਹ, ਅਸੀਂ ਅਪਰਾਧਾਂ ਨਾਲ, ਗਲਤੀਆਂ ਨਾਲ, ਭੁੱਲਾਂ ਨਾਲ ਭਰੇ ਹੋਏ ਹਾਂ। ਹਉ ਅਪਰਾਧੀ ਗੁਨਾਹਗਾਰ ਹਉ, ਬੇਮੁਖ ਮੰਦਾ, ਚੋਰ ਯਾਰ ਜੁਆਰ ਹਉ, ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮਖੋਰ, ਠੱਗ ਦੇਸ ਛਗੰਦਾ, ਕਾਮ ਕ੍ਰੋਧ ਮਦ ਲੋਭ ਮੋਹ, ਹੰਕਾਰ ਕਰੰਦਾ, ਵਿਸ਼ਵਾਸ ਘਾਤੀ, ਅਕਿਰਤ ਘਣ, ਮੈਂ ਕੋ ਨਾ ਰਖੰਦਾ।
ਐਨੀਆਂ ਆਨੰਦਾਂ ਮੇਰੇ ਵਿੱਚ ਨੇ, ਇਹ ਕੋਈ ਅਤ ਕਥਨੀ ਨਹੀਂ। ਇਹ ਨਹੀਂ ਅਸੀਂ ਕਹਿ ਰਹੇ ਵੀ ਭਾਈ ਸਾਹਿਬ ਗੁਰਦਾਸ ਜੀ ਨੇ ਲਿਖਿਆ ਅਸੀਂ ਪੜ੍ਹ ਲਿਆ, ਇਹ ਪੜ੍ਹਿਆ ਨਹੀਂ, ਸੱਚੀ ਮੁੱਚੀ ਸਾਡੇ ਵਿੱਚ ਨੇ। ਆਖੋ ਸ੍ਰੀ ਵਾਹਿਗੁਰੂ। ਆਪਣੇ ਮੂੰਹ ਤੋਂ ਕਹੀਆਂ ਨਹੀਂ ਜਾਂਦੀਆਂ ਜਰਾ, ਆਪਣੇ ਗੁਣ ਦੱਸਣ ਦੀ ਆਦਤ ਹੁੰਦੀ, ਆਪਣੇ ਔਗਣ ਨਹੀਂ ਕੋਈ ਦੱਸ ਸਕਦਾ, ਔਖਾ ਕੰਮ ਹੈ। ਆਪਣੇ ਗੁਣ ਤਾਂ ਮੈਂ ਵੀ ਦੱਸ ਦਿਆਂਗਾ, ਸਾਰੇ ਦੱਸ ਦਿਓਗੇ ਤੁਸੀਂ, ਸਾਰੇ ਔਗਣ ਦੱਸਣੇ ਔਖੇ ਹੈ, ਪਰ ਗੁਰੂ ਅੱਗੇ ਤਾਂ ਦੱਸਣੇ ਹੀ ਪੈਣੇ ਹੈ। ਕਹਿੰਦੇ ਮਹਾਰਾਜ ਚੋਰ ਵੀ ਆ, ਯਾਰ ਵੀ ਆ, ਬੇਈਮਾਨ ਵੀ ਆ, ਝੂਠੇ ਵੀ ਆ, ਕਪਟੀ ਵੀ ਆ, ਠੱਗ ਵੀ ਆ, ਵਿਸ਼ਵਾਸਘਾਤੀ ਵੀ ਆ, ਕਿਰਤਕਾਨ ਵੀ ਆ, ਸਾਰੇ ਔਗਣ ਨੇ। ਪਰ ਮਹਾਰਾਜ ਤੂੰ ਬੜਾ ਵੱਡਾ, 1 ਮਿੰਟ 'ਚ ਖਤਮ ਕਰ ਸਕਦਾ ਸਾਡੇ ਔਗਣਾਂ ਨੂੰ। ਭਰੀਆ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮ ਹੈ ਗਿਆ। ਲੱਖਾਂ ਮਣ ਲੱਕੜੀਆਂ ਹੋਣ, ਮਾਚਿਸ ਦੀ ਇੱਕ ਤੀਲੀ ਬੜੀ ਹੁੰਦੀ ਹੈ, ਸੁਆਹ ਕਰਕੇ ਰੱਖ ਦਿੰਦੀ ਹੈ। ਕਿੰਨਾ ਕੁ ਮਸਾਲਾ ਲੱਗਾ ਹੁੰਦਾ ਮਾਚਿਸ ਦੀ ਤੀਲੀ ਦੇ ਅੱਗੇ। ਮਹਾਰਾਜ ਕਹਿੰਦੇ ਬਹੁਤ ਜ਼ਿਆਦਾ ਪਾਪ, ਲੱਖਾਂ ਪਾਪ ਤੇਰੇ ਇੱਕ ਵਾਰੀ ਨਾਮ ਜਪਣ ਨਾਲ ਦੂਰ ਹੋ ਜਾਂਦੇ ਆ। ਐਸੀ ਤੇਰੇ ਦੀ ਸ਼ਕਤੀ। ਕੋਟ ਅਪਰਾਧ ਹਮਾਰੇ ਖੰਡੋ, ਮਹਾਰਾਜ ਸਾਡੇ ਕਰੋੜਾਂ ਅਪਰਾਧ, ਸਾਡੀਆਂ ਕਰੋੜਾਂ ਗਲਤੀਆਂ ਤੁਸੀਂ ਖੰਡਨ ਕਰ ਸਕਦੇ, ਨਾਸ਼ ਕਰ ਸਕਦੇ ਹੋ। ਅਨੇਕ ਵਿਧੀ ਸਮਝਾਵੋ, ਇਹ ਸੱਚੇ ਪਾਤਸ਼ਾਹ ਅਨੇਕ ਪ੍ਰਕਾਰ ਦੇ ਨਾਲ, ਅਨੇਕਾਂ ਵਿਧੀਆਂ ਨਾਲ ਤੁਸੀਂ ਆਪਣੇ ਬੱਚੇ ਜਾਣ ਕੇ ਸਾਨੂੰ ਸਮਝਾਉਂਦੇ ਹੋ। ਬੱਚਾ 100 ਵਾਰੀ ਗਲਤੀ ਕਰਦਾ, ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ। ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬੋੜ ਪਿਤਾ ਗਲ ਲਾਵੇ। ਮਾਂ ਬਾਪ ਝਿੜਕਦੇ, ਮਾਰਦੇ, ਕੁੱਟਦੇ, ਫਿਰ ਆਪਣੇ ਬੱਚੇ ਨੂੰ ਗਲ ਨਾ ਲਾ ਲੈਂਦੇ। ਮਹਾਰਾਜ ਤੇਰੇ ਬੱਚੇ ਆ, ਤੁਸੀਂ ਸਾਨੂੰ ਅਨੇਕ ਪ੍ਰਕਾਰ ਨਾਲ ਸਮਝਾਉਂਦੇ ਹੋ ਤੇ ਸਮਝਾਓ। ਹਮ ਅਗਿਆਨ ਅਲਪ ਮਤ ਥੋਰੀ, ਅਸੀਂ ਅਗਿਆਨੀ ਆ, ਥੋੜੀ ਮਤ ਹੈ। ਮਹਾਰਾਜ ਕਹਿੰਦੇ ਬੱਚਾ ਨਿਆਣਾ ਹੁੰਦਾ ਹੈ ਤੇ ਚੁੱਲ੍ਹੇ 'ਚ ਅੱਗ ਬਲਦੀ, ਚਮਕਦੀ, ਬੜੀ ਸੋਹਣੀ ਲੱਗਦੀ ਹੈ ਉਹਨੂੰ, ਉਹ ਉਹਦੇ ਨਾਲ ਦੌੜਦਾ, ਰਿੜਦਾ ਰਿੜਦਾ। ਉਹਨੂੰ ਨਹੀਂ ਪਤਾ ਹੈ ਚੁੱਲ੍ਹੇ 'ਚ ਜਾ ਕੇ ਮੈਂ ਸੜ ਜਾਵਾਂਗਾ। ਮਾਂ ਖਿਆਲ ਰੱਖਦੀ, ਭੱਜ ਕੇ ਫੜ ਲੈਂਦੀ, ਕਿਤੇ ਮੇਰੇ ਬੱਚੇ ਨੂੰ ਅੱਗ ਦਾ ਸੇਕ ਨਾ ਲੱਗ ਜਾਵੇ। ਕਹਿੰਦੇ ਸਰਬ ਅਗਨ ਕਰ ਮੇਲਾ, ਸਭ ਫਿਰਦਾ ਹੋਵੇ, ਬੱਚਾ ਨਿਆਣਾ ਨੂੰ ਖੇਡਣ ਖਿਡੌਣਾ ਸਮਝ ਕੇ ਹੱਥ ਪਾ ਲੈਂਦਾ, ਪਰ ਮਾਂ ਤਾਂ ਬਚਾਉਂਦੀ ਹੈ। ਮਾਤਾ ਪਿਤਾ ਕੰਠ ਲਾਏ ਆਖੈ, ਅਨੰਦ ਸਹਿ ਤਬ ਖੇਲਾ। ਇਹ ਸੱਚੇ ਪਾਤਸ਼ਾਹ ਅਸੀਂ ਤਾਂ ਇੰਨੇ ਬੇਸਮਝ ਹਾਂ, ਇੰਨੇ ਨਿਆਣੇ ਆ, ਸਾਨੂੰ ਪਤਾ ਨਹੀਂ ਕਿਹੜੀ ਚੀਜ਼ ਸਾਡੇ ਫਾਇਦੇ ਦੀ ਹੈ, ਕਿਹੜੀ ਸਾਡੇ ਨੁਕਸਾਨ ਦੀ ਹੈ। ਇਹ ਸੱਚੇ ਪਾਤਸ਼ਾਹ ਥੋੜੀ ਮਤ ਵਾਲੇ ਹਾਂ। ਤੁਮ ਆਪਨ ਬਿਰਦ ਰਖਾਵੋ, ਮਹਾਰਾਜ ਅਸੀਂ ਪਾਪੀ ਹਾਂ, ਗੁਨਾਹਗਾਰ ਹਾਂ, ਅਸੀਂ ਜਮਾਂ ਦੇ ਡੰਡਿਆਂ ਤੋਂ ਬਚ ਨਹੀਂ ਸਕਦੇ, ਅਸੀਂ ਨਰਕ ਸੁਰਗ ਚ ਗੋਤੇ ਖਾਣ ਤੋਂ ਬਚ ਨਹੀਂ ਸਕਦੇ, ਅਸੀਂ 84 ਲੱਖ ਜੂਨਾਂ 'ਚ ਭਟਕਣ ਤੋਂ ਬਚ ਨਹੀਂ ਸਕਦੇ। ਸੱਚੇ ਪਾਤਸ਼ਾਹ ਤੁਸੀਂ ਹੁਣ ਆਪਣੇ ਬਿਰਦ ਦੀ ਲਾਜ ਰੱਖ ਲਓ, ਅਸੀਂ ਤੁਹਾਡਾ ਨਾਮ ਲਿਆ ਹੈ, ਹੁਣ ਤੁਹਾਡੀ ਓਟ ਤੱਕੀ ਹੈ, ਹੁਣ ਤੁਹਾਡੇ ਦਰ ਤੇ ਆ ਗਏ ਆ। ਵੱਡਿਆਂ ਨੂੰ ਸ਼ਰਮ ਹੁੰਦੀ ਹੈ ਵੀ ਮੇਰੇ ਬੂਹੇ ਤੇ ਆ ਗਿਆ, ਖਾਲੀ ਨਾ ਜਾਵੇ। ਆਪਣੇ ਬਿਰਦ ਦੀ ਲਾਜ ਰੱਖ ਲਓ ਸੱਚੇ ਪਾਤਸ਼ਾਹ। ਅਬ ਰੱਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਕਰ ਲਾਜ ਕੀ, ਹਰ ਨਖ ਸਿਖਾਰੇ ਕਰ ਆਜ। ਹੁਣ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸੀਰਤ ਬਸਤਰ ਦੀਨ ਬਹੁ ਸਾਜ। ਸੁਦਾਮਾ ਆਪਦਾ ਤੇ ਰਾਖਿਆ, ਜਨ ਕਾ ਪੜਤ ਪੂਰੇ ਤੇ ਕਾਜ। ਸ੍ਰੀ ਸਤਿਗੁਰ ਸੋ ਪ੍ਰਸੰਨ ਕਾਰਜ ਹੋਏ, ਰੱਖੋ ਦਾਸ ਭਾਟ ਕੀ ਲਾਜ। ਆਪਣੇ ਬਿਰਧ ਬਾਣੀ ਦੀ ਲਾਜ ਰੱਖ ਲੋ ਮਹਾਰਾਜ। ਤੁਮਰੀ ਸ਼ਰਨ ਤੁਮਾਰੀ ਆਸਾ, ਇਹ ਸੱਚੇ ਪਾਤਸ਼ਾਹ ਅਸੀਂ ਤੇਰੀ ਸ਼ਰਨ ਵਿੱਚ ਹਾਂ, ਤੁਹਾਡੀ ਸ਼ਰਨ ਵਿੱਚ ਆਏ ਹਾਂ, ਤੁਹਾਡੀ ਆਸ ਰੱਖਦੇ ਹਾਂ। ਤੁਮ ਹੀ ਸਜਣ ਸੁਹੇਲੇ, ਤੇ ਮਹਾਰਾਜ ਤੁਸੀਂ ਸਾਡੇ ਸੁਖਦਾਈ, ਸੁਹੇਲੇ, ਸੁਖ ਦੇਣ ਵਾਲੇ, ਸੁਖ ਦੇਣ ਵਾਲੇ ਸੱਜਣੋ। ਉਦਾਂ ਦਾ ਮੈਂ ਸੱਜਣ ਬੜੇ ਬਣਾਏ ਨੇ, ਪਰ ਸਾਰਿਆਂ ਨੇ ਦੁੱਖ ਹੀ ਦਿੱਤਾ ਹੈ। ਆਖੋ ਸ੍ਰੀ ਵਾਹਿਗੁਰੂ। ਅੱਜ ਤਾਈਂ ਮੈਨੂੰ ਕੋਈ ਇਹ ਬਾਹ ਖੜੀ ਕਰਕੇ ਕਹਿ ਦੇਵੇ ਕਿ ਫਲਾਣਾ ਮੇਰਾ ਸੱਜਣ ਤੇ ਮੈਨੂੰ ਸੁੱਖ ਹੀ ਦਿੱਤਾ, ਉਦਾਂ ਭੁਲੇਖੇ ਨਾਲ ਭਾਵੇਂ ਕਹਿ ਦੇਵੇ, ਜੇ ਵਿਚਾਰ ਕੇ ਦੇਖੇਗਾ ਦੁੱਖ ਨਿਕਲੇਗਾ। ਕਿਉਂਕਿ ਸੱਜਣਾ ਨੂੰ ਜਿੰਨਾ ਦੁੱਖ ਮਿਲਦਾ ਦੁਸ਼ਮਣਾਂ ਤੋਂ ਨਹੀਂ ਮਿਲਦਾ, ਨਹੀਂ ਮਿਲਦਾ। ਸੱਜਣ ਜਿਹੜੀ ਮਾਰ ਮਾਰਦੇ ਆ ਨਾ, ਉਹ ਦੁਸ਼ਮਣ ਨਹੀਂ ਮਾਰਦੇ। ਬੜੀ ਬਰੀਕੀ ਨਾਲ ਸੋਚੋਗੇ, ਸੱਜਣ ਬਹੁਤ ਪਿਆਰੇ ਹੁੰਦੇ ਨੇ, ਚੰਗੇ ਹੁੰਦੇ ਨੇ।
ਜੇ ਕਿਤੇ ਕੋਈ ਗੱਲ ਇਹੋ ਜਿਹੀ ਬਣ ਜਾਏ ਸਾਨੂੰ ਪਸੰਦ ਨਾ ਆਵੇ, ਸਾਡੀ ਉੱਥੇ ਹੀ ਟੁੱਟ ਜਾਂਦੀ ਹੈ। ਕੋਈ ਸਾਡੀ ਗੱਲ ਨਾ ਪਸੰਦ ਕਰਨ ਉਹ ਅਸੀਂ ਕਹਿੰਦੇ ਨੇ ਮੇਰੀ ਗੱਲ ਨਹੀਂ ਮੰਨੀ, ਗੱਲ ਸਾਡੀ ਗਲਤ ਹੁੰਦੀ, ਗਲਤੀ ਸਾਡੀ ਹੁੰਦੀ। ਸੱਜਣ ਕਹਿੰਦਾ ਨਾ ਏਦਾਂ ਕਰ, ਆਪਾਂ ਨਾ ਮੈਂ ਤੇ ਕਰਨਾ, ਉਹ ਟੁੱਟ ਜਾਂਦੀ, ਗਲਤੀ ਆਪਣੀ ਮੰਨਦਾ ਨਹੀਂ ਬੰਦਾ, ਫਿਰ ਦੁੱਖ ਹੁੰਦਾ। ਫਿਰ ਸੱਜਣ ਪਿਆਲੇ ਦੇ ਯਾਰ ਬਣਾ ਲੈਂਦੇ ਨੇ, ਰੱਬ ਤੋਂ ਦੂਰ ਕਰ ਦਿੰਦੇ ਨੇ, ਭਗਤੀ ਤੋਂ ਦੂਰ ਕਰ ਦਿੰਦੇ ਨੇ, ਕਿੱਡਾ ਵੱਡਾ ਨਰਕਾਂ 'ਚ ਧੱਕਾ ਦੇ ਦਿੰਦੇ ਨੇ, ਸੱਜਣ ਹੀ ਦਿੰਦੇ ਨੇ। ਮੋਹ ਵਰਗਾ ਦੁਸ਼ਮਣ ਕੋਈ ਨਹੀਂ, ਪਹਿਲਾਂ ਬੇਨਤੀ ਕੀਤੀ ਹੈ ਤੇ ਮਹਾਰਾਜ ਨੇ ਵੇਖੇ ਸਾਰੇ ਸੱਜਣ, ਤੇਰੇ ਵਰਗਾ ਇੱਕ ਵੀ ਨਹੀਂ। ਮਹਾਰਾਜ ਜਲਦੀ ਸੋ ਸੱਜਣ ਵੀ ਹਿੱਟ ਢੁਢੇਂਦੀ ਨਾਲ, ਹਾਂ ਉਹਦਾ ਗੱਲਾਂ ਬਾਤਾਂ ਨਾਲ 20 ਸੱਜਣ ਮਿਲਦੇ ਨੇ, ਪਰ ਨਾਲ ਜਾਣ ਵਾਲੇ ਇੱਕ ਵੀ ਕੋਈ ਨਹੀਂ। ਧਰਮਰਾਜ ਜੀ ਦੀ ਸ਼ਹਿਰੀ ਕੋਈ ਨਾਲ ਖਲੋ ਕੇ ਬਾਂਹ ਫੜ ਕੇ ਕਹਿ ਰਹੇ ਵੀ ਬਸ ਇਹਨੂੰ ਛੱਡ ਦਿਓ, ਇਹੋ ਜਿਹਾ ਗੁਰੂ ਨਾਨਕ ਹੀ ਹੈ। ਕਹਿੰਦੇ ਗਲੀ ਸੋ ਸੱਜਣ ਵੀ ਇੱਕ ਢਿੱਡ ਢੁਢੇਂਦੀ ਨਾਲ, ਹਾਂ ਦੁਖਾਂ ਜਿਉ ਮਨੀ ਕਾਰਨ ਤੇ ਨਾ ਮਾਪੇ। ਮੈਂ ਉਸ ਪਿਆਰੇ ਦੀ ਦੁਖੀਆਂ ਜਿਹੜਾ ਪਰਮੇਸ਼ਰ ਵਾਹਿਗੁਰੂ ਪਿਆਰਾ ਉਹ ਮਿਲ ਜਾਵੇ ਤੇ ਪਾਰ ਨਿਕਾ ਦੇਵੇ। ਹਾਂਜੀ, ਰੱਖੋ ਰਾਖਨ ਹਾਰ ਦਇਆਲਾ, ਇਹ ਦਇਆਲ ਜੀ ਰੱਖ ਲਓ ਕਿਰਪਾ ਕਰਕੇ। ਨਾਨਕ ਘਰ ਕੇ ਭੋਲੇ, ਅਸੀਂ ਤੇਰੇ ਘਰ ਦੇ ਗੁਲਾਮ ਸੇਵਕਾਂ ਸੋ ਸਾਧ ਸੰਗਤ ਜੀ ਇਹ ਬਚਨ ਪ੍ਰਵਾਨ ਕਰਨੇ, ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ